ਮਮਤਾ ਬੈਨਰਜੀ ਤੇ ਰਾਕੇਸ਼ ਟਕੈਤ ਹੋਰਾਂ ਦੀ ਜਿਹੜੀ ਕਲਕੱਤੇ 'ਚ ਮੀਟਿੰਗ ਹੋਈ ਹੈ ਤੇ ਉਹਦੇ 'ਚ ਜਿਹੜੀਆਂ ਗੱਲਾਂ ਹੋਈਆਂ ਉਹ ਤਾਂ ਸਾਰੀਆਂ ਸਾਹਮਣੇ ਆਈ ਗਈਆਂ, ਪਰ ਉਹਦੇ ਇਹਦੇ ਅਰਥ ਜੇ ਦੇਖਣੇ ਹੋਣ ਤਾਂ ਉਹ ਇਹ ਹੈ ਵੀ ਮਮਤਾ ਬੈਨਰਜੀ ਸ਼ਾਇਦ ਨੈਸ਼ਨਲ ਸੀਨ ਦੇ ਉੱਤੇ ਉੱਭਰਨ ਦੀ ਤਿਆਰੀ ਦੇ ਵਿੱਚ ਨੇ। ਜਿਹੜਾ ਸਾਡਾ ਭਾਰਤ ਦਾ ਸਿਆਸੀ ਕੌਮੀ ਸੀਨ ਹੋਏਗਾ ਆਉਣ ਵਾਲਾ, ਉਹਦੇ 'ਚ ਮਮਤਾ ਬੈਨਰਜੀ ਦੀ ਇੱਕ ਅਹਿਮ ਭੂਮਿਕਾ ਹੋਣੀ ਹੈ। ਤੇ ਰਾਕੇਸ਼ ਟਕੈਤ ਨਾਲ ਮੁਲਾਕਾਤ ਤੋਂ ਬਾਅਦ ਜਿਵੇਂ ਉਹਨਾਂ ਨੇ ਕਿਹਾ ਵੀ ਹੈ ਵੀ ਮੇਰਾ ਮਕਸਦ ਜਿਹੜਾ ਆ ਉਹ ਨਰਿੰਦਰ ਮੋਦੀ ਨੂੰ ਹਕੂਮਤ ਵਿੱਚੋਂ ਬਾਹਰ ਕਰਨਾ ਹੈ। ਤੇ ਫਿਰ ਨਾਲ ਕਿਸਾਨਾਂ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਸਰਕਾਰ ਤੁਰੰਤ ਜਿਹੜੇ 3 ਖੇਤੀ ਕਾਨੂੰਨ ਹੈ ਉਹਨਾਂ ਨੂੰ ਰੱਦ ਕਰੇ, ਵਾਪਸ ਲਵੇ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਮੁਲਾਕਾਤ ਜਿਹੜੀ ਹੋਈ ਹੈ ਇਹਦੇ 'ਚ ਸ਼ਾਇਦ ਕੋਈ ਰਣਨੀਤੀ ਜਿਹੜੀ ਹੈ ਇਸ ਢੰਗ ਦੀ ਬਣਾਈ ਗਈ ਹੈ ਕਿ ਆਉਂਦੇ ਦਿਨਾਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ 2022 ਦੇ ਵਿੱਚ ਉੱਤਰ ਪ੍ਰਦੇਸ਼ ਦੀਆਂ, ਉੱਥੇ ਵੀ ਸ਼ਾਇਦ ਮਮਤਾ ਬੈਨਰਜੀ ਨੂੰ ਜਿਹੜਾ ਉਹ ਜਿਹੜੀਆਂ ਵਿਰੋਧੀ ਧਿਰਾਂ ਵੱਲੋਂ ਕੋਈ ਸਾਂਝਾ ਪਲੇਟਫਾਰਮ ਬਣਦਾ ਕੌਮੀ ਸੀਨ ਤਾਂ 2024 'ਚ ਦੇਖਾਂਗੇ, ਪਰ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਕਿਸ ਧਿਰ ਦੀ ਉਹ ਸਪੋਰਟ ਕਰਦੇ, ਕਿਹਦੀ ਨਹੀਂ ਕਰਦੇ, ਜਾਂ ਸਿਰਫ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸੇ ਚੋਣ ਪ੍ਰਚਾਰ 'ਚ ਜਾਂਦੇ ਆ, ਤਾਂ ਸ਼ਾਇਦ ਇੱਦਾਂ ਦਾ ਕੋਈ ਨਾ ਕੋਈ ਰੋਡ ਮੈਪ ਤਿਆਰ ਕਰਨ ਦੀ ਕੋਸ਼ਿਸ਼ ਹੋਈ ਹੋਏਗੀ। ਤੇ ਜੇ ਮਮਤਾ ਬੈਨਰਜੀ ਉੱਤਰ ਪ੍ਰਦੇਸ਼ ਦੀ ਇਲੈਕਸ਼ਨਸ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਆ ਤੇ ਉਹਨਾਂ ਦੀਆਂ ਸਭਾਵਾਂ ਦੇ ਵਿੱਚ ਭੀੜ ਇਕੱਠੀ ਕਰਨ ਦੀ ਜ਼ਿੰਮੇਵਾਰੀ ਸ਼ਾਇਦ ਰਾਕੇਸ਼ ਟਕੈਤ ਨੇ ਲਈ ਹੈ, ਤੇ ਤਾਂ ਜੋ ਬਿਹਤਰ ਤਰੀਕੇ ਦੇ ਨਾਲ ਕਿਸਾਨਾਂ ਦੀ ਜਿਹੜੀ ਗੱਲ ਇਹ ਜਾ ਸਕੇ ਕਿ ਬਈ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਕੀਤੀ ਜਾਵੇ। ਬਾਕੀ ਰੂਟੀਨ ਦੇ ਵਿੱਚ ਜਦੋਂ ਮਮਤਾ ਬੈਨਰਜੀ ਤੇ ਰਾਕੇਸ਼ ਟਕੈਤ ਦੀ ਗੱਲਬਾਤ ਵੀ ਚੱਲ ਰਹੀ ਸੀ, ਉਸੇ ਸਮੇਂ ਦੇ ਵਿੱਚ ਇੱਕ ਦਿਨ ਪਹਿਲਾਂ ਜਿਹੜਾ ਬਿਆਨ ਆਇਆ ਸੀਗਾ ਨਰਿੰਦਰ ਤੋਮਰ ਦਾ, ਉਹ ਤੋਂ ਵੱਖਰਾ ਬਿਆਨ ਨਰਿੰਦਰ ਤੋਮਰ ਦਾ ਆ ਗਿਆ ਕਿਸਾਨਾਂ ਬਾਰੇ। ਇੱਕ ਦਿਨ ਪਹਿਲਾਂ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਕਿਸਾਨਾਂ ਦੇ ਜਿਹੜੇ ਖੇਤੀ ਕਾਨੂੰਨ ਹੈ ਇਹਨਾਂ ਨੂੰ ਛੱਡ ਕੇ ਕਿਸਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰ ਦੇਣ, ਅਸੀਂ ਤਿਆਰ ਹੈ। ਪਰ ਜਦੋਂ ਰਾਕੇਸ਼ ਟਕੈਤ ਤੇ ਮਮਤਾ ਬੈਨਰਜੀ ਦੀ ਮੁਲਾਕਾਤ ਚੱਲ ਰਹੀ ਸੀ ਤਾਂ ਨਰਿੰਦਰ ਤੋਮਰ ਦਾ ਬਿਆਨ ਆ ਗਿਆ ਵੀ ਅਸੀਂ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਬਾਰੇ ਵੀ ਗੱਲ ਕਰਨ ਨੂੰ ਤਿਆਰ ਹੈ, ਪਰ ਉਹ ਜਦੋਂ ਗੱਲਬਾਤ ਕਰਨ ਲਈ ਆਉਣ ਤਾਂ ਆਪਣੇ ਸਾਰੇ ਤੌਖਲੇ ਜਿਹੜੇ ਹੈ ਉਹ ਲੈ ਕੇ ਆਉਣ ਤੇ ਕਾਨੂੰਨਾਂ ਬਾਰੇ ਜਿਹੜੀ ਕੋਈ ਉਹਨਾਂ ਦੇ ਕੋਲ ਜਿਹੜੀ ਕੋਈ ਵੱਖਰੀ ਜਾਣਕਾਰੀ ਹੈ ਜਾਂ ਉਹਨਾਂ ਦੇ ਕੋਲ ਜਿਹੜੀਆਂ ਕਾਨੂੰਨਾਂ 'ਚ ਖਾਮੀਆਂ ਬਾਰੇ ਜਿਹੜੀਆਂ ਕੋਈ ਦਲੀਲਾਂ ਨੇ ਉਹ ਤਰਕਪੂਰਨ ਤਰੀਕੇ ਲੈ ਕੇ ਆਉਣ। ਸੋ ਸਥਿਤੀਆਂ ਜਿਹੜੀਆਂ ਆ ਉਹ ਪਲ ਪਲ ਬਦਲ ਰਹੀਆਂ ਹੈ। ਇੱਕ ਪਾਸੇ ਲੱਗਦਾ ਸੀ ਕਿ ਭਾਰਤ ਦੀ ਸਰਕਾਰ ਕਿਸਾਨਾਂ ਨਾਲ ਫੇਰ ਤੋਂ ਗੱਲਬਾਤ ਨਾ ਕਰਨ ਦੀ ਜ਼ਿੱਦ ਫੜ ਕੇ ਬੈਠੀ ਹੈ, ਪਰ ਪਿਛਲੇ 2 ਦਿਨਾਂ ਤੋਂ ਪਹਿਲਾਂ ਜਿਹੜਾ ਰਮੇਸ਼ ਚੰਦ ਦਾ ਆਪਾਂ ਜ਼ਿਕਰ ਕੀਤਾ ਸੀ, ਜਿਹੜੇ ਨੀਤੀ ਆਯੋਗ ਦੇ ਜਿਹੜੇ ਸਲਾਹਕਾਰ ਨੇ, ਉਹਨਾਂ ਦਾ ਇਹ ਕਹਿਣਾ ਵੀ ਇੱਕ ਮੱਧ ਬਾਰੇ ਕਿਸਾਨ ਗੱਲ ਕਰਨ ਤੇ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰਨ, ਇੱਕ ਮੱਧ ਬਾਰੇ ਸਰਕਾਰ ਗੱਲ ਕਰਨ ਲਈ ਤਿਆਰ ਹੈ। ਫਿਰ ਨਰਿੰਦਰ ਤੋਮਰ ਦਾ ਅੱਜ ਕਹਿ ਦੇਣਾ ਕਿ ਅਸੀਂ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਬਾਰੇ ਗੱਲ ਕਰਨ ਲਈ ਤਿਆਰ ਹੈ। ਇਹ ਕੁਝ ਸੰਭਾਵਨਾਵਾਂ ਪ੍ਰਗਟ ਹੋ ਰਹੀਆਂ ਹੈ ਕਿ ਸ਼ਾਇਦ ਸਰਕਾਰ ਇਸ ਗੱਲ ਨੂੰ ਜਾਣ ਗਈ ਹੈ ਵੀ ਉਹਨਾਂ ਦਾ 2022 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਮੁਸ਼ਕਲ ਕਿਤੇ ਨਾ ਕਿਤੇ ਸਥਿਤੀ ਬਣਨ ਵਾਲੀ ਹੈ। ਤੇ ਜਿਹੜਾ ਯੋਗੀ ਦਾ ਤੇ ਮੋਦੀ ਵਾਲਾ ਆਪਸੀ ਮਾਮਲਾ ਉਹ ਇੱਕ ਵੱਖਰਾ ਮਾਮਲਾ, ਜਿੱਥੇ ਅਸੀਂ ਵਿਚਾਰ ਕਰਦੇ ਵੀ ਰਹੇ, ਅੱਗੇ ਵੀ ਕਰ ਲਾਂਗੇ ਵਿਚਾਰ। ਪਰ ਕਿਸਾਨਾਂ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਕਰੋਨਾ ਕਾਲ ਦੇ ਦੌਰਾਨ ਸਰਕਾਰ ਦੀਆਂ ਨਾਕਾਮਯਾਬੀਆਂ ਤੇ ਦੂਜਾ ਕਿਸਾਨ ਅੰਦੋਲਨ ਦੇ ਨਾਲ ਜਿਸ ਤਰੀਕੇ ਦੇ ਨਾਲ ਬੇਹਯਾਈ ਤੇ ਢੀਠਤਾਈ ਤੇ ਬੇਈਮਾਨੀ ਦੇ ਨਾਲ ਹੁਣ ਤੱਕ ਸਰਕਾਰ ਦਾ ਰਵੱਈਆ ਰਿਹਾ, ਤੇ ਉਹਦੇ ਕਰਕੇ ਜਿਹੜਾ ਨੁਕਸਾਨ ਹੋਣ ਜਾ ਰਿਹਾ ਉੱਤਰ ਪ੍ਰਦੇਸ਼ ਦੇ ਵਿੱਚ, ਉਹਦੇ ਡਰ ਚੋਂ ਸ਼ਾਇਦ ਨਵੇਂ ਸਿਰੋਂ ਕਿਸਾਨਾਂ ਦੇ ਨਾਲ ਡਾਇਲੋਗ ਦੀ ਵੀ ਸੰਭਾਵਨਾ ਬਣੀ ਹੈ। ਰਾਕੇਸ਼ ਟਕੈਤ ਤੇ ਮਮਤਾ ਬੈਨਰਜੀ ਦੀ ਮੁਲਾਕਾਤ ਦਾ ਵੀ ਇਹਦੀ ਪਿੱਠ ਭੂਮੀ ਦੇ ਵਿੱਚ ਇੱਕ ਹਿੱਸਾ ਰਿਹਾ ਜੀ। ਦਸਾਂਝ ਸਾਹਿਬ, ਜਿਹੜੀ ਝੋਨੇ ਦੀ ਖਰੀਦ ਆ 2021 ਲਈ ਉਹਦੇ ਤੇ 72 ਰੁਪਏ MSP 'ਚ ਵਾਧਾ ਕੀਤਾ ਤੇ ਬਾਜਰੇ ਤੇ 100 ਰੁਪਏ ਦਾ ਵਾਧਾ ਕੀਤਾ, 2150 ਤੋਂ 2250 ਕਰ ਦਿੱਤਾ। ਬਾਜਰਾ ਤੇ ਖੈਰ ਪੰਜਾਬ ਦੀ ਬਹੁਤ ਵੱਡੀ ਫਸਲ ਨਹੀਂ, ਕਿਸੇ ਜ਼ਮਾਨੇ 'ਚ ਹੋਇਆ ਕਰਦਾ ਸੀਗਾ, ਪਰ ਜੇਕਰ ਇਹ ਵਾਧੇ ਤੇ ਕਰੀ ਜਾਣਗੇ ਪਰ ਜੇ MSP ਨੂੰ ਕਾਨੂੰਨੀ ਦਾਇਰੇ ਅੰਦਰ ਨਹੀਂ ਲੈ ਕੇ ਆਉਣਗੇ, ਤੇ ਜਿਹੜੀ ਗੱਲ ਤੁਸੀਂ ਕੱਲ ਕੀਤੀ ਸੀਗੀ ਕਿ ਮੱਕੀ ਜਿਹੜੀ ਆ ਉਹ ਅੱਧੇ ਮੁੱਲ ਤੇ ਖਰੀਦ ਰਹੀ ਆ ਉੱਥੇ ਜਿਹੜੇ ਵਪਾਰੀ ਨੇ,
ਤੇ ਕਿਸਾਨਾਂ ਦੀ ਇਹ ਮੰਗ ਬੜੀ ਜਾਇਜ਼ ਆ ਕਿ ਜੇ ਸਰਕਾਰ ਸੱਚੀ ਮੁੱਚੀ ਸਿੰਸੀਅਰ ਆ, ਕਿਤੇ ਦੱਸਣਾ ਚਾਹੁੰਦੀ ਆ ਕਿ ਅਸੀਂ ਰੇਟਾਂ ਦੇ ਵਿੱਚ ਵਾਧਾ ਕਰ ਰਹੇ ਹਾਂ ਤੇ ਲਗਾਤਾਰ ਕਰਦੇ ਰਵਾਂਗੇ, ਇਹ ਵੀ ਕਿਹਾ ਉਹਨਾਂ ਨੇ, ਪਰ ਨਾਲ ਦੀ ਨਾਲ ਜੇ ਉਹਨੂੰ ਕਾਨੂੰਨੀ ਦਾਇਰੇ ਦੇ ਅੰਦਰ ਲੈ ਆਉਣ ਤੇ ਉਹ ਤੋਂ ਘੱਟ ਤੇ ਖਰੀਦ ਨਾ ਹੋਵੇ ਤੇ ਫਿਰ ਤੇ ਇਹਦਾ ਕੋਈ ਫਾਇਦਾ। ਅਦਰਵਾਈਜ਼ ਤੇ ਫਿਰ ਇਹ ਦਿਖਾਵਾ ਹੀ ਆ। ਵੇਖਦੇ ਆ ਕਿ ਇਹ ਪ੍ਰੈਸ਼ਰ ਥੱਲੇ ਆ ਕੇ ਸਰਕਾਰ ਜਿਹੜੀ ਆ MSP ਨੂੰ ਲੀਗਲ ਕੋਈ ਚੀਜ਼ ਬਣਾਉਂਦੀ ਆ ਜਾਂ ਨਹੀਂ ਬਣਾਉਂਦੀ। ਪਹਿਲੀ ਗੱਲ ਤਾਂ ਸਰਕਾਰਾਂ ਜਿਹੜੀਆਂ ਲੋਕ ਸਰਕਾਰਾਂ ਹੁੰਦੀਆਂ, ਉਹਨਾਂ ਨੇ ਜਿਹੜੇ ਫੈਸਲੇ ਲੋਕਾਂ ਦੇ ਹੱਕ 'ਚ ਲੈਣੇ ਹੁੰਦੇ ਆ, ਉਹਨਾਂ ਨੂੰ ਕਿਸੇ ਪ੍ਰੈਸ਼ਰ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਕਰੈਕਟਰ ਹੀ ਲੋਕ ਮੁਖੀ ਹੁੰਦਾ ਹੈ। ਇਹ ਜਿਹੜੀਆਂ ਸਰਕਾਰਾਂ ਨੇ, ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ ਜਾਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਭਾਰਤ ਦੇ ਵਿੱਚ, ਉਹਨਾਂ ਦਾ ਮੂਲ ਸੁਭਾਅ ਜਿਹੜਾ ਆ ਉਹ ਲੋਕ ਮੁਖੀ ਨਹੀਂ ਰਿਹਾ। ਇਸ ਕਰਕੇ MSP ਵਧਾਉਣ ਦਾ ਵੀ ਜਿਹੜਾ ਤਰੀਕਾ ਇਹਨਾਂ ਸਰਕਾਰਾਂ ਵੱਲੋਂ ਅਖਤਿਆਰ ਕੀਤਾ ਜਾਂਦਾ ਰਿਹਾ, ਉਹ ਵੀ ਊਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੈ। ਮਤਲਬ ਆਮ ਤੌਰ ਦੇ ਉੱਤੇ 50 ਰੁਪਏ ਦਾ ਵਾਧਾ ਜਿਹੜਾ ਆ ਹਰ ਸਾਲ ਕਰ ਦਿੰਦੇ ਆ, ਵੀ ਜਿਹੜੀ ਘੱਟੋ ਘੱਟ ਸਹਾਇਕ ਕੀਮਤ ਉਹ 'ਚ 50 ਰੁਪਏ ਦਾ ਵਾਧਾ ਕਰਤਾ ਕਣਕ ਤੇ ਝੋਨੇ ਦਾ, ਜਿਹੜਾ ਖਾਸ ਸਪੈਸ਼ਲੀ ਜਿਹੜਾ ਇਹਨਾਂ ਦੋ ਫਸਲਾਂ ਤੇ ਹੁੰਦਾ। ਬਾਕੀ ਫਸਲਾਂ ਵਾਲੇ ਵੀ ਕਹਿ ਦਿੰਦੇ ਉਹਨਾਂ ਦੀ ਤਾਂ ਮੰਡੀ ਦੀ ਵਿਵਸਥਾ ਵੀ ਹੈ ਨਹੀਂ ਤੇ ਬਹੁਤੀ ਸਹੀ ਤਰੀਕੇ ਦੀ, ਤੇ ਫਿਰ ਉਹਦੇ 'ਚ ਖਰੀਦ ਦਾ ਮਸਲਾ ਆ ਜਾਂਦਾ ਹੈ। ਹੁਣ ਜਿਹੜੀ ਕੱਲ ਅਸੀਂ ਗੱਲ ਕੀਤੀ ਸੀ ਮੱਕੀ ਦੀ, ਜਾਂ 2 ਦਿਨ ਪਹਿਲਾਂ ਕੀਤੀ ਸੀ, ਏਦਾਂ ਬਾਕੀ ਫਸਲਾਂ ਤੇ ਵੀ ਹੁੰਦਾ। ਈਵਨ ਜਿਹੜੀਆਂ 2 ਰਵਾਇਤੀ ਫਸਲਾਂ ਹੁਣ ਸਾਡੀਆਂ ਬਣ ਗਈਆਂ, ਜਦਕਿ ਝੋਨਾ ਸਾਡੀ ਰਵਾਇਤੀ ਫਸਲ ਨਹੀਂ ਹੈ। ਸਾਡੀ ਰਵਾਇਤੀ ਫਸਲ ਤਾਂ ਪਹਿਲਾਂ ਮੱਕੀ ਤੇ ਕਣਕ ਹੁੰਦੀ ਸੀ, ਜਿੱਦਾਂ ਤੁਸੀਂ ਬਾਜਰੇ ਦਾ ਵੀ ਜ਼ਿਕਰ ਕੀਤਾ, ਜਾਂ ਹੋਰ ਜਿਹੜੀਆਂ ਇਦਾਂ ਦੀਆਂ ਫਸਲਾਂ ਹੁੰਦੀਆਂ ਸੀ, ਪਰ ਹੁਣ ਝੋਨਾ ਵੀ ਸਾਡੀ ਇੱਕ ਕਿਸਮ ਦੀ ਰਵਾਇਤੀ ਫਸਲ ਹੀ ਬਣ ਗਈ ਹੈ। ਤੇ ਉਹਨਾਂ ਵਾਸਤੇ ਵੀ ਜਿਹੜਾ ਮੰਡੀਕਰਨ ਜਿੰਨਾ ਕੁ ਵੀ ਹੈ ਪੰਜਾਬ ਦੇ ਵਿੱਚ ਰਿਹਾ, ਜਿੰਨਾ ਕੁ ਵੀ ਜਾਂ ਹੁਣ ਵੀ ਹੈ, ਜਿਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉੱਥੇ ਵੀ ਮਤਲਬ ਇੰਨੀਆਂ ਬਦ ਇੰਤਜ਼ਾਮੀਆਂ ਰਹਿੰਦੀਆਂ ਹੈ ਕਿ ਕਿਸਾਨ ਜਾ ਕੇ ਕਈ ਦਿਨ ਰੋਲਦਾ ਰਿਹਾ ਹੈ। ਤੇ MSP ਜਿਹੜੀ ਹੈ ਉਹ ਲਾਗਤ ਦੇ ਮੁਤਾਬਕ ਕਦੀ ਦਿੱਤੀ ਨਹੀਂ ਗਈ, ਵਧਾਈ ਨਹੀਂ ਗਈ, ਲਾਗਤ ਦੇ ਮੁਤਾਬਕ ਤਾਂ ਕਦੀ ਵੀ ਨਹੀਂ ਦਿੱਤੀ ਗਈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਹੁਣ ਸਰਕਾਰ ਨੇ ਜਿਹੜਾ ਨਵਾਂ ਕਰ ਦਿੱਤਾ ਸਾਰਾ ਕੁਝ, ਵੀ ਜਿਹੜੀ ਸੈਂਟਰ ਗਵਰਨਮੈਂਟ ਨੇ ਕਿਹਾ, ਜਿਹੜੀ ਮਤਲਬ ਵੱਖ-ਵੱਖ ਸਟੇਟਸ ਗਵਰਨਮੈਂਟ ਜਿਹੜੀਆਂ ਉਹ ਪਹਿਲਾਂ ਖਰੀਦ ਦਾ ਪ੍ਰਬੰਧ ਕਰਨ, ਜਿਹੜਾ ਕਣਕ ਤੇ ਝੋਨੇ ਦੀ ਵੀ ਗੱਲ ਕਰਦੇ ਆ, ਉਹਦੇ 'ਚ ਵੀ ਸਟੇਟ ਗਵਰਨਮੈਂਟਸ ਜਿਹੜੀਆਂ ਉਹ ਖਰੀਦ ਲੈਂਦੀਆਂ ਤੇ ਪੈਸੇ ਦੇਣੇ ਹੁੰਦੇ ਆ, ਮਤਲਬ ਕੇਂਦਰੀ ਪੂਲ ਦੇ ਖਰੀਦਦੀਆਂ, ਉਹ ਸੈਂਟਰਲ ਪੂਲ ਦੇ ਖਰੀਦਦੀਆਂ, ਤੇ ਪੈਸੇ ਪਹਿਲਾਂ ਸਟੇਟ ਗਵਰਨਮੈਂਟਸ ਪੇ ਕਰ ਦਿੰਦੀਆਂ। ਜਿੱਦਾਂ ਮੇਰਾ ਖਿਆਲ 1500 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜੀ ਕਣਕ ਦੀ ਖਰੀਦ ਹੋਈ ਆ, ਉਹ ਪੰਜਾਬ ਨੇ ਕੇਂਦਰੀ ਪੂਲ ਨੇ ਕੀਤੀ ਹੈ, ਤੇ ਉਹਦਾ 1500 ਕਰੋੜ ਰੁਪਈਆ ਜਿਹੜਾ ਹਾਲੇ ਤੱਕ ਦਿੱਤਾ ਨਹੀਂ ਗਿਆ। ਤੇ ਉਹ ਪੇਂਡੂ ਵਿਕਾਸ ਸਕੀਮਾਂ ਤੇ ਜਿਹੜਾ ਖਰਚ ਹੋਇਆ ਹੁੰਦਾ, ਉਹ ਪੇਂਡੂ ਵਿਕਾਸ ਸਕੀਮ ਚੋਂ ਕੱਢ ਕੇ ਪੰਜਾਬ ਗਵਰਨਮੈਂਟ ਨੇ ਖਰਚਿਆ। ਉਹ ਵੀ ਕੱਲ ਪਰਸੋਂ ਤੋਂ ਮਨਪ੍ਰੀਤ ਬਾਦਲ ਨੇ ਮੁਲਾਕਾਤ ਵੀ ਸ਼ਾਇਦ ਕੀਤੀ ਹੈ ਕਿਸੇ ਕੇਂਦਰੀ ਮੰਤਰੀ ਦੇ ਨਾਲ ਜਾਂ ਸੈਕਟਰੀ ਦੇ ਨਾਲ, ਵੀ ਸਾਡੇ ਪੈਸੇ ਉਹ ਤਾਂ ਦਿਓ ਭਾਈ, ਤੁਸੀਂ ਸਾਤੋਂ ਕੇਂਦਰੀ ਪੂਲ ਨੇ ਤੁਸੀਂ ਕਣਕ ਖਰੀਦਣ ਨੂੰ ਕਿਹਾ ਸੀ, ਅਸੀਂ ਖਰੀਦ ਦਿੱਤੀ ਹੈ, ਤੇ ਪੈਸੇ ਪੇਂਡੂ ਜਿਹੜੇ ਸਾਡੀ ਸਕੀਮ ਹੈ ਉਹਦੇ ਖਰਚੇ ਗਏ ਆ, ਤੇ ਸਾਡੀਆਂ ਸਕੀਮਾਂ ਤਾਂ ਪਿੰਡਾਂ ਵਾਲੀਆਂ ਰੁਕ ਜਾਣੀਆਂ। ਸੋ ਇਹ ਸਰਕਾਰਾਂ ਜਿਹੜੀਆਂ ਕਹਿਣ ਦੀ ਗੱਲ ਹੋ ਰਿਹਾ, ਜਿੱਦਾਂ ਦੀਆਂ ਸਰਕਾਰਾਂ ਇਸ ਵੇਲੇ ਸਾਡੇ ਉੱਪਰ ਹੁਕੂਮਤ ਕਰ ਰਹੀਆਂ, ਤੇ ਪ੍ਰੈਕਟਿਸ ਦੇ ਵਿੱਚ ਗੱਲ ਹੋਰ ਨਿਕਲਦੀ ਹੈ। ਤੇ ਨਾ ਤਾਂ MSP ਵਿਗਿਆਨਕ ਤਰੀਕੇ ਦੇ ਨਾਲ ਲਾਗਤ ਦੇ ਹਿਸਾਬ ਨਾਲ ਵਧਾਈ ਜਾਂਦੀ ਹੈ, ਜਿੰਨੀ ਖੇਤੀ ਦੀ ਲਾਗਤ ਹੈ, ਜਿਣਸ ਦੀ ਕੀਮਤ ਉਸ ਹਿਸਾਬ ਨਾਲ ਜਿਹੜੀ ਹੈ ਨਹੀਂ ਵਧਾਈ ਜਾਂਦੀ। ਤੇ ਦੂਜੀ ਗੱਲ ਹੈ ਫਿਰ ਉਹਦੀ ਖਰੀਦ ਦਾ ਪ੍ਰਬੰਧ ਜਿਹੜਾ ਸਾਡੇ ਕੋਲ ਉਸ ਲੈਵਲ ਦਾ ਨਹੀਂ ਹੁੰਦਾ, ਤੇ ਕਿਸਾਨ ਇੱਧਰੋਂ ਵੀ ਲੁੱਟਿਆ ਜਾਂਦਾ ਹੈ, ਤੇ ਫਿਰ ਜਿਣਸ ਵੇਚਣ ਦੇ ਵੇਲੇ ਵੀ ਲੁੱਟਿਆ ਜਾਂਦਾ ਹੈ, ਤੇ ਫਿਰ ਨਾਲ ਖੱਜਲ ਖੁਆਰੀ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ ਜੀ। ਦਸਾਂਝ ਸਾਹਿਬ, ਦਿੱਲੀ ਦੀ ਬਰੂਹਾਂ ਤੇ ਲੱਗਿਆ ਮੋਰਚਾ ਕਾਫੀ ਲੰਬਾ ਹੋ ਗਿਆ, ਪਰ ਕਿਹਾ ਜਾ ਰਿਹਾ ਹੈ ਕਿ ਰੌਣਕਾਂ ਉੱਥੇ ਦੁਬਾਰਾ ਪਰਤ ਆਈਆਂ ਨੇ। ਅੱਜ ਪੰਜਾਬ ਦੇ ਮਤਲਬ ਸਿੱਖ ਜਰਨੈਲ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਆ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਉੱਥੇ ਬੜੇ ਜੋਸ਼ੋ ਖਰੋਸ਼ ਨਾਲ, ਔਰ ਕਾਫੀ ਰੌਣਕਾਂ ਦੁਬਾਰਾ ਪਰਤੀਆਂ ਨੇ। ਵਿੱਚ ਜੇ ਕੁਝ ਕਿਸ ਤਰ੍ਹਾਂ ਦਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਜਦੋਂ ਵਾਢੀ ਦੇ ਵਿੱਚ ਕਿਸਾਨ ਰੁੱਝੇ ਹੋਏ ਸੀਗੇ, ਬਾਰਡਰ ਜਿਹੜੇ ਆ ਉਹ ਖਾਲੀ ਹੋ ਗਏ ਨੇ, ਤੇ ਹੁਣ ਅਜੇ ਝੋਨੇ ਦੀ ਜਿਹੜੀ ਆ ਲਵਾਈ ਆ ਉਹ ਸ਼ੁਰੂ ਹੋਣ ਵਾਲੀ ਆ। 10 ਜੂਨ ਜਿਹੜਾ ਅਫੀਸ਼ੀਅਲ ਦਿਨ ਦਿੱਤਾ ਹੁੰਦਾ ਸਰਕਾਰ ਨੇ, ਹਾਲਾਂਕਿ ਇੱਕਾ ਦੁੱਕਾ ਲੱਗ ਵੀ ਰਿਹਾ ਆ, ਪਰ ਉਹਦੇ ਬਾਵਜੂਦ ਵੀ ਕਿਸਾਨ ਵਿੱਚੋਂ ਸਮਾਂ ਕੱਢ ਕੇ ਜਿੱਥੇ ਆਪਣਾ ਖੇਤੀਬਾੜੀ ਦਾ ਧੰਦਾ ਉਹਨੂੰ ਵੀ ਸਫਲਤਾ ਨਾਲ ਕਰ ਰਿਹਾ, ਨਾਲ ਦੀ ਨਾਲ ਉਹ ਜਿਹੜਾ ਵਿਰੋਧ ਆ ਉਹ ਵੀ ਲਗਾਤਾਰ ਪ੍ਰਗਟ ਕਰ ਰਿਹਾ, ਤੇ ਉਹ ਲੜੀ ਨੂੰ ਟੁੱਟਣ ਨਹੀਂ ਦੇ ਰਹੇ। ਇਹਦਾ ਦਬਾਅ ਸਰਕਾਰ ਤੇ ਬਣੇਗਾ,
ਜ਼ਰੂਰ ਬਣੇਗਾ, ਇਹ ਤੇ ਆਪਾਂ ਸਾਰੇ ਉਮੀਦ ਕਰਦੇ ਹਾਂ। ਪਰ ਨਾਲ ਦੀ ਨਾਲ ਜਿਹੜੀ ਰਵਾਇਤ ਨਵੀਂ ਉੱਥੇ ਪੈਦਾ ਕੀਤੀ ਆ ਕਿ ਇੱਕ ਭਾਈਚਾਰੇ ਦੀ ਰਵਾਇਤ ਜਿਹੜੀ ਆਪਾਂ ਰੋਜ਼ ਜ਼ਿਕਰ ਕਰਦੇ ਹਾਂ, ਪੰਜਾਬ ਹਰਿਆਣੇ ਦਾ ਭਾਈਚਾਰਾ, ਤੇ ਜਿਹੜੇ ਸਾਡੇ ਨਾਇਕ ਨੇ ਉਹਨਾਂ ਦੇ ਦਿਨ ਦਿਹਾੜ ਰਲ ਕੇ ਮਨਾਉਣ ਦਾ ਜਿਹੜਾ ਕਾਜ ਸ਼ੁਰੂ ਕੀਤਾ ਹੋਇਆ, ਉਹ ਬੜਾ ਸਲਾਹੁਣਯੋਗ ਆ। ਉਹ ਜਿਹੜੀਆਂ ਲਕੀਰਾਂ ਖਿੱਚੀਆਂ ਸੀ ਇਹ ਕਾਮਰੇਡ ਨੇ, ਇਹ ਬੰਦੇ ਪੰਥਕ ਨੇ, ਉਹ ਕਾਫੀ ਹੱਦ ਤੱਕ ਮਿਟਾਈਆਂ ਗਈਆਂ ਨੇ। ਦਲਿਤ ਕਿਸਾਨ ਦੇ ਵਿੱਚ ਵਖਰੇਵੇਂ ਜਿਹੜੇ ਸੀ ਉਹ ਮਿਟੇ ਨੇ, ਹਰਿਆਣੇ ਪੰਜਾਬ ਦੇ ਵਖਰੇਵੇਂ ਮਿਟੇ ਨੇ, ਊਚ ਨੀਚ ਦੇ ਵਖਰੇਵੇਂ ਮਿਟੇ ਨੇ। ਤੇ ਜਿਹੜੇ ਨਾਇਕ ਨੇ ਦੇਸ਼ ਦੇ, ਭਾਵੇਂ ਉਹ ਸਰ ਛੋਟੂ ਰਾਮ ਹੋਣ, ਚਾਹੇ ਅੰਬੇਦਕਰ ਹੋਣ, ਬੰਦਾ ਸਿੰਘ ਬਹਾਦਰ ਹੋਣ, ਜਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ, ਹੁਣ ਸਾਰੇ ਦਿਨ ਰਲ ਮਿਲ ਕੇ ਉੱਥੇ ਮਨਾਏ ਜਾ ਰਹੇ ਨੇ। ਮੈਨੂੰ ਹੁਣੇ ਕਾਲੋਂ ਸਾਹਿਬ ਦੱਸ ਰਹੇ ਸੀਗੇ ਕਿ ਸ਼ਾਇਦ ਪਹਿਲੀ ਵਾਰ ਕੰਨਿਆ ਕੁਮਾਰੀ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਜਨਮ ਦਿਹਾੜਾ ਸੀ ਉਹ ਮਨਾਇਆ ਗਿਆ ਸੀ ਉੱਥੇ, ਤੇ ਸਿੱਖ ਜਿਹੜੇ ਹੈਗੇ ਨੇ ਪ੍ਰਚਾਰਕ, ਉਹਨਾਂ ਦੀ ਸ਼ਾਇਦ ਪਹੁੰਚ ਵੀ ਨਾ ਹੋਵੇ। ਯਾਨੀ ਕਿ ਇੱਕ ਵਧੀਆ ਸੰਦੇਸ਼ ਜਿਹੜਾ ਵਾ ਉਹ ਇਸ ਮੂਵਮੈਂਟ ਨੇ ਭਾਰਤ ਵਿੱਚ, ਪੂਰੇ ਭਾਰਤ ਵਿੱਚ ਸਿਰਜਿਆ ਜੀ। ਇਹ ਬੜੀ ਪੋਜ਼ਿਟਿਵ ਗੱਲ ਹੈ ਜੀ। ਪਹਿਲੀ ਗੱਲ ਤਾਂ ਇਹ ਅੰਦੋਲਨ ਜਿਹੜਾ ਨਾ ਜੀ, ਇਸ ਅੰਦੋਲਨ ਨੇ ਹੌਲੀ ਹੌਲੀ ਆਪਣਾ ਇੱਕ ਪਰਪੱਕ ਚਿਹਰਾ ਜਿਹੜਾ ਆ ਦੁਨੀਆ ਦੇ ਸਾਹਮਣੇ ਰੱਖਿਆ। ਤੇ ਇਸ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ ਨੇ, ਅਸੀਂ ਉਹ ਸਾਰੇ ਨਾਲ ਨਾਲ ਉਹ ਦੇਖਦੇ ਰਹੇ ਹਾਂ, ਮਹਿਸੂਸ ਕਰਦੇ ਰਹੇ ਹਾਂ। ਉਹਨਾਂ ਸਾਰੀਆਂ ਉਤਰਾਅ ਚੜ੍ਹਾਅ ਦੇ ਵਿੱਚੋਂ ਜਾਂ ਉਹ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਕਿਸਾਨ ਲੀਡਰਸ਼ਿਪ ਦੀ ਸਿਆਣਪ ਜਿਹੜੀ ਹੈ ਇਸ ਅੰਦੋਲਨ ਨੂੰ ਅੱਗੇ ਲੈ ਕੇ ਗਈ ਹੈ। ਤੇ ਇਸੇ ਕਰਕੇ ਜਿੱਦਾਂ ਤੁਸੀਂ ਨਾਇਕਾਂ ਦਾ ਜ਼ਿਕਰ ਕੀਤਾ, ਸਾਡੇ ਜਿਹੜੇ ਨਾਇਕ ਨੇ ਉਹਨਾਂ ਦੇ ਦਿਹਾੜੇ ਜਿਹੜੇ ਆ ਉਹਨੂੰ ਬੜੇ ਇਨਕਲਾਬੀ ਜੋਸ਼ੋ ਖਰੋਸ਼ ਦੇ ਨਾਲ, ਬਹੁਤ ਇੱਕ ਸਾਂਝੇ ਉਤਸ਼ਾਹ ਦੇ ਨਾਲ ਜਿਹੜਾ ਆ ਬਾਰਡਰਸ ਦੇ ਉੱਤੇ ਵੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਦੇ ਵਿੱਚ ਵੀ ਜਿਹੜੇ ਆ ਉਹ ਦਿਨ ਜਿਹੜੇ ਆ ਬੜੇ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਰਹੇ ਆ ਤੇ ਮਨਾਏ ਜਾ ਰਹੇ ਆ। ਇਹਦਾ ਇੱਕ ਬੜਾ ਪੋਜ਼ਿਟਿਵ ਜਿਹੜਾ ਸੰਕੇਤ ਜਾਂਦਾ ਹੈ। ਤੇ ਜਿੱਥੇ ਤੱਕ ਸਰਕਾਰ ਤੇ ਦਬਾਅ ਦੀ ਗੱਲ ਹੈ, ਤੇ ਉਹ ਦਬਾਅ ਤਾਂ ਲਾਜ਼ਮੀ ਤੌਰ ਤੇ ਬਣਿਆ ਹੀ ਹੋਇਆ ਤੇ ਹੋਰ ਜ਼ਿਆਦਾ ਬਣੇਗਾ। ਰੌਣਕ ਦੀ ਜਿਹੜੀ ਗੱਲ ਹੈ, ਰੌਣਕਾਂ ਤਾਂ ਪਰਤਣੀਆਂ। ਇਹ ਤਾਂ ਥੋੜਾ ਇੱਕ ਸੀਜ਼ਨਲ ਜਿਹੜੀਆਂ ਕੋਈ ਚੀਜ਼ਾਂ ਹੁੰਦੀਆਂ, ਜਿੱਦਾਂ ਕਣਕ ਝੋਨੇ ਦਾ ਇੱਕ ਸੀਜ਼ਨ ਹੋ ਗਿਆ, ਤੇ ਦੂਜਾ ਬੜੀ ਸਖਤ ਕਿਸਮ ਦੀ ਗਰਮੀ ਕਰਕੇ ਵੀ ਕੁਝ ਬਜ਼ੁਰਗ ਲੋਕ ਜਿਹੜੇ ਆ ਉੱਥੋਂ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਸੀ। ਤੇ ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦਾ ਮੁਕਾਬਲਾ ਕਰਨ ਤੋਂ ਬਾਅਦ ਫੇਰ ਤੋਂ ਜਿਹੜੀਆਂ ਰੌਣਕਾਂ ਪਰਤਣ ਦੀ ਗੱਲ ਹੈ, ਉਹ ਇੱਕ ਤਾਂ ਕਿਸਾਨ ਨੇ ਉੱਥੇ, ਦੂਜਾ ਜਿਹੜੇ ਕੁਝ ਦਿਨ ਸਪੈਸ਼ਲੀ ਛੁੱਟੀਆਂ ਵਾਲੇ ਹੁੰਦੇ ਨੇ, ਤੇ ਵੱਡੀ ਤਾਦਾਦ ਦੇ ਵਿੱਚ ਮੁਲਾਜ਼ਮ ਵੀ ਜਿਹੜੇ ਆ ਉੱਥੇ 2 ਦਿਨਾਂ ਲਈ ਜਾਂਦੇ ਨੇ। ਸ਼ਨੀਵਾਰ ਤੇ ਐਤਵਾਰ ਨੂੰ ਉੱਥੇ ਜ਼ਿਆਦਾ ਰੌਣਕ ਇਸ ਕਰਕੇ ਰਹਿੰਦੀ ਹੈ ਵੀ ਜਿਹੜੀਆਂ ਫਰੰਟਲ ਆਰਗੇਨਾਈਜੇਸ਼ਨਸ ਹੈਗੀਆਂ ਆ ਵੱਖ-ਵੱਖ ਮੁਲਾਜ਼ਮਾਂ ਦੀਆਂ, ਤੇ ਉਹ ਵੀ ਉੱਥੇ ਪਹੁੰਚਦੀਆਂ। ਤੇ ਬਾਕੀ ਦਿਨਾਂ ਦੇ ਵਿੱਚ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਉਹ ਵੀ ਵੱਡੀ ਤਾਦਾਦ ਦੇ ਵਿੱਚ ਆਪੋ ਆਪਣੇ ਜਿਹੜੇ ਕਾਰਕੁਨ ਹੈ ਉਹ ਉੱਥੇ ਭੇਜਦੀਆਂ। ਤੇ ਇਹਦੇ ਨਾਲ ਇੱਕ ਬਹੁਤ ਵਧੀਆ ਸੰਦੇਸ਼ ਗਿਆ ਸਾਂਝੀਵਾਲਤਾ ਦਾ। ਤੇ ਦੂਜੀ ਗੱਲ ਜਿਹੜੀ ਸਾਂਝੀ ਲੜਾਈ ਦਾ, ਆਮ ਤੌਰ ਦੇ ਉੱਤੇ ਕੀ ਹੁੰਦਾ ਹੈ ਕਿ ਕੁਝ ਜਿਹੜੀਆਂ ਤਾਕਤਾਂ ਨੇ ਉਹ ਹਮੇਸ਼ਾ ਹੀ ਮਜ਼ਦੂਰ ਤੇ ਕਿਸਾਨ ਦੇ ਵਿੱਚ ਟਕਰਾਅ ਦੀ ਸਥਿਤੀ ਵੀ ਪੈਦਾ ਕਰਕੇ ਰੱਖ ਰਹੀਆਂ। ਪਰ ਇਸ ਅੰਦੋਲਨ ਨੇ ਮਜ਼ਦੂਰ ਤੇ ਕਿਸਾਨ ਨੂੰ ਨੇੜੇ ਵੀ ਲਿਆਂਦਾ। ਪਰ ਫਿਰ ਵੀ ਕੁਝ ਘਟਨਾਵਾਂ ਇੱਦਾਂ ਦੀਆਂ ਵੀ ਵਾਪਰ ਜਾਂਦੀਆਂ ਜਿਹੜੀਆਂ ਨਮੋਸ਼ੀਜਨਕ ਹੁੰਦੀਆਂ। ਜਿੱਦਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਪਰਸੋਂ ਤੱਕ ਵੀਡੀਓ ਵਾਇਰਲ ਹੋ ਰਹੀ ਆ, ਪੱਟੀ ਏਰੀਏ 'ਚ ਕੋਈ ਪਿੰਡ ਹੈ ਜਿੱਥੇ ਉੱਥੇ ਪੰਚਾਇਤ ਨੇ ਬਕਾਇਦਾ ਇਕੱਠੇ ਹੋ ਕੇ ਤੇ ਉੱਥੇ ਵੀਡੀਓ ਜਿਹੜੀ ਆ ਉਹ ਬਣਾਈ, ਤੇ ਉਹਨਾਂ ਨੇ ਉੱਥੇ ਐਲਾਨ ਕੀਤਾ ਵੀ ਝੋਨੇ ਦੀ ਲਵਾਈ 25 ਰੁਪਏ ਹੋਏਗੀ ਮਜ਼ਦੂਰ ਦੀ, ਤੇ ਉਹਨੂੰ 2 ਵਕਤ ਦੀ ਰੋਟੀ ਨਹੀਂ ਦਿੱਤੀ ਜਾਊਗੀ। ਜੇ ਉਹਨੇ ਦੁੱਧ ਲੈਣਾ ਹੈ ਤਾਂ ਕਿਸਾਨ ਤੋਂ ਤਾਂ 70 ਰੁਪਏ ਪਰ ਲੀਟਰ ਮਿਲੇਗਾ। ਜੇ ਮਤਲਬ ਕੁਝ ਇੱਦਾਂ ਦੀਆਂ ਸ਼ਰਤਾਂ ਥੋਪੀਆਂ ਗਈਆਂ ਮਜ਼ਦੂਰਾਂ ਤੇ, ਜਿਹੜੀਆਂ ਮਤਲਬ ਇੱਦਾਂ ਦੀਆਂ ਘਟਨਾਵਾਂ ਨੇ, ਭਾਵੇਂ ਇੱਕਾ ਦੁੱਕਾ ਹੁੰਦੀਆਂ ਨੇ। ਤੇ ਉਹਦੇ ਨਾਲ ਫਿਰ ਇੱਕ ਕਿਸਾਨ ਤੇ ਮਜ਼ਦੂਰ ਏਕਤਾ ਦਾ ਜਿਹੜਾ ਨਾਅਰਾ ਸਾਂਝੇ ਤੌਰ ਦੇ ਉੱਤੇ ਇਹਨਾਂ ਦਿਨਾਂ 'ਚ ਉੱਭਰਿਆ, ਉਹਦੇ ਤੇ ਸੱਟ ਵੱਜਦੀ ਹੈ। ਤੇ ਜਿਹੜੇ ਦੋਖੀ ਲੋਕ ਹੁੰਦੇ ਉਹ ਇੱਦਾਂ ਦੀਆਂ ਘਟਨਾਵਾਂ ਨੂੰ ਬਹੁਤ ਜ਼ਿਆਦਾ ਹਵਾ ਵੀ ਦਿੰਦੇ ਆ। ਫਿਰ ਵੀ ਓਵਰਆਲ ਮੈਂ ਸਮਝਦਾ ਕਿ ਇਸ ਅੰਦੋਲਨ ਨੇ ਜਿੱਥੇ ਦੁਨੀਆ ਭਰ ਦੇ ਵਿੱਚ ਇੱਕ ਆਪਣਾ ਪਰਪੱਕ ਕਿਸਮ ਦਾ ਚਿਹਰਾ ਪੇਸ਼ ਕੀਤਾ ਹੈ, ਤੇ ਇਹ ਗੱਲ ਸਾਬਤ ਕੀਤੀ ਹੈ ਕਿ ਲੜਾਈ ਲੜਨ ਦੇ ਸ਼ਾਂਤਮਈ ਅਮਨ ਪਸੰਦ ਤਰੀਕੇ ਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਤਰੀਕੇ ਵੀ ਹੋ ਸਕਦੇ ਆ ਕਿ ਲਗਾਤਾਰ ਤੁਸੀਂ 7 ਮਹੀਨੇ ਦੇ ਨੇੜੇ ਹੋ ਗਿਆ ਹੋਵੇ ਤੇ ਤੁਸੀਂ ਇੱਕ ਥਾਂ ਦੇ ਉੱਤੇ, 2 ਥਾਂ ਤੇ, 5 ਥਾਵਾਂ ਦੇ ਉੱਤੇ ਲਗਾਤਾਰ ਧਰਨੇ ਲਾ ਰਹੇ ਹੋ,
ਤੇ ਉਹਦੇ 'ਚ ਜਵਾਨੀ ਵੀ ਸ਼ਾਮਲ ਹੋਵੇ, ਬਜ਼ੁਰਗ ਵੀ ਸ਼ਾਮਲ ਹੋਣ, ਔਰਤਾਂ ਵੀ ਸ਼ਾਮਲ ਹੋਣ, ਮੁਲਾਜ਼ਮ ਵੀ ਸ਼ਾਮਲ ਹੋਣ, ਖੇਤ ਮਜ਼ਦੂਰ ਜਾਂ ਇੰਡਸਟਰੀ ਦਾ ਜਿਹੜਾ ਮਜ਼ਦੂਰ ਆ ਉਹ ਵੀ ਸ਼ਾਮਲ ਹੋਵੇ। ਇਹ ਜਿਹੜਾ ਇੱਕ ਵੱਡਾ ਚਿਹਰਾ ਇਸ ਅੰਦੋਲਨ ਦਾ ਇਹਨੇ, ਜਿੱਥੇ ਦੁਨੀਆ 'ਚ ਜਿਹੜੇ ਲੋਕ ਜਨ ਅੰਦੋਲਨਾਂ 'ਚ ਸਰਗਰਮ ਰਹਿੰਦੇ ਨੇ ਉਹਨਾਂ ਵਾਸਤੇ ਭਵਿੱਖ ਵਾਸਤੇ ਇੱਕ ਪੁਲ ਮੁਹੱਈਆ ਕਰਵਾਇਆ, ਉੱਥੇ ਸਰਕਾਰ ਵਾਸਤੇ ਵੀ ਇੱਕ ਵੱਡੀ ਚੁਣੌਤੀ ਜਿਹੜੀ ਪੇਸ਼ ਕੀਤੀ ਹੈ ਜੀ। ਦਸਾਂਝ ਸਾਹਿਬ, ਜਿੱਥੇ ਇੱਕ ਪਾਸੇ ਹਾਲਾਤ ਬਦਲਦੇ ਆਪਾਂ ਨੂੰ ਦਿਖ ਰਹੇ ਆ ਕਿ ਜਿਹੜਾ ਬੀਜੇਪੀ ਦਾ ਗ੍ਰਾਫ ਹੈ ਉਹ ਪਿਛਲੇ ਦਿਨਾਂ ਤੋਂ ਡਾਊਨ ਹੋ ਰਿਹਾ ਸੀਗਾ ਤੇ ਕੋਈ ਉਹਦੀ ਖਾਲੀ ਜਗ੍ਹਾ ਭਰਨ ਲਈ ਫੋਰਸ ਅੱਗੇ ਆਉਣੀ ਚਾਹੀਦੀ ਆ, ਪਰ ਕਾਂਗਰਸ ਜਿਹੜੀ ਆ ਉਹਨੇ ਕੋਈ ਸਬਕ ਨਹੀਂ ਸਿੱਖਿਆ ਲੱਗਦਾ ਕਿ ਉਹ ਗਾਂਧੀ ਪਰਿਵਾਰ ਤੋਂ ਬਾਹਰ ਆਉਣ ਨੂੰ ਅਜੇ ਤੱਕ ਤਿਆਰ ਨਹੀਂ ਆ। ਤੇ ਕਿਹਾ ਜਾਂਦਾ ਸੀਗਾ ਕਿ ਰਾਹੁਲ ਗਾਂਧੀ ਨੇ ਕੋਸ਼ਿਸ਼ ਕੀਤੀ ਸੀ ਕਿ ਕੋਈ ਨੌਜਵਾਨ ਚਿਹਰੇ ਅੱਗੇ ਲਿਆਂਦੇ ਜਾਣ ਤੇ ਉਹਨਾਂ ਦੇ ਗਰੁੱਪ 'ਚ ਕਾਫੀ ਟੁੱਟ ਭੱਜ ਹੋ ਰਹੀ ਆ। ਹੁਣ ਕੋਈ ਜਿਤਨ ਪ੍ਰਸਾਦ ਨਾਂ ਦਾ ਕੋਈ ਨੇੜੇ ਦਾ ਉਹਨਾਂ ਦਾ ਵਿਅਕਤੀ ਸੀ ਜਿਹੜਾ ਰਾਹੁਲ ਗਾਂਧੀ ਦਾ ਕਾਫੀ ਨੇੜੇ ਦਾ, ਉਹ ਅੱਜ ਪਾਲਾ ਬਦਲ ਕੇ ਭਾਰਤੀ ਜਨਤਾ ਪਾਰਟੀ ਚਲ ਗਿਆ। ਆਪਾਂ ਪਹਿਲਾਂ ਮੱਧ ਪ੍ਰਦੇਸ਼ 'ਚ ਵੇਖੇ ਹਾਲਾਤ, ਜਿੱਥੇ ਇੱਕ ਨੌਜਵਾਨ ਲੀਡਰ ਨੇ ਇਸ ਤਰ੍ਹਾਂ ਕੀਤਾ ਸੀਗਾ, ਰਾਜਸਥਾਨ 'ਚ ਫੁੱਟ ਪਈ। ਤੇ ਹੁਣ ਇੱਕ ਮੁਰਲੀ ਦੇਵੜਾ ਦਾ ਸ਼ਾਇਦ ਬੇਟਾ ਜੀ, ਨੌਜਵਾਨ ਮੁੰਡਾ ਮਹਾਰਾਸ਼ਟਰ ਤੋਂ, ਉਹਦੇ ਵੀ ਸੰਭਾਵਨਾ ਬਣ ਰਹੀ ਆ ਕਿ ਉਹ ਜਿਹੜਾ ਆ ਉਹ ਗੁਜਰਾਤ ਮਾਡਲ ਦੀਆਂ ਸਿਫਤਾਂ ਕਰ ਰਿਹਾ। ਪਰ ਜਿਹੜੀ ਕਾਂਗਰਸ ਆ ਉਹ ਇਸ ਹਾਲਾਤ ਦਾ ਫਾਇਦਾ ਨਹੀਂ ਉਠਾ ਰਹੀ। ਕੀ ਕਾਂਗਰਸ ਜਿਹੜੀ ਆ ਉਹ ਖਤਮ ਹੋਣ ਵੱਲ ਜਾ ਰਹੀ ਆ, ਉਹਦੀ ਜਗ੍ਹਾ ਕੋਈ ਨਵੀਂ ਧਿਰ ਉੱਭਰੇਗੀ ਜਾਂ ਨਹੀਂ? ਐਡੀ ਵੱਡੀ ਨੈਸ਼ਨਲ ਪਾਰਟੀ ਦਾ ਇਸ ਤਰ੍ਹਾਂ ਹਾਸ਼ੀਏ ਤੇ ਚਲੇ ਜਾਣਾ ਤੇ ਲੀਡਰਸ਼ਿਪ ਨੂੰ ਕੋਈ ਉਹਦੀ ਸਮਝਣਾ ਪੈਣਾ ਜਾਂ ਉਹਦੇ ਤੇ ਕੋਈ ਉਹਨਾਂ ਵਿਚਾਰ ਨਾ ਕਰਨਾ, ਇਹ ਬੜਾ ਦੁਖਦਾਈ ਪਹਿਲੂ ਹੈ ਜੀ। ਉਹਦੇ ਕੋਲ ਦੁਖਦਾਈ ਪਹਿਲੂ ਤਾਂ ਜੇ ਤੇ ਲੋਕਾਂ ਦੇ ਐਂਗਲ ਤੋਂ ਦੇਖਣਾ ਹੋਵੇ ਤਾਂ ਕਾਹਦਾ ਦੁਖਦਾਈ ਪਹਿਲੂ, ਕਿਉਂਕਿ ਕਾਂਗਰਸ ਨੇ ਵੀ ਕਿਹੜਾ ਕੋਈ ਭਾਰਤੀ ਆਵਾਮ ਵਾਸਤੇ ਨਹੀਂ, ਮੇਰਾ ਮਤਲਬ ਬਦਲ ਦੀ ਗੱਲ ਆ ਕਿ ਇੱਕ ਜੇ ਬਦਲ ਕੋਈ ਚਾਹੀਦਾ ਆ ਤੇ ਫੌਰੀ ਤੌਰ ਤੇ ਕੋਈ ਬਦਲ ਨਹੀਂ ਆ, ਤੇ ਜਿਹੜੀ ਆਪੋਜੀਸ਼ਨ ਆ ਉਹਦਾ ਸਟਰੋਂਗ ਹੋਣਾ ਜਾਂ ਘੱਟੋ ਘੱਟ ਉਹਦਾ ਖਤਰਾ ਬਣਿਆ ਰਵੇ ਦੂਜਿਆਂ ਨੂੰ, ਉਹ ਤੇ ਇੱਕ ਲੋਕਤੰਤਰ 'ਚ ਗੱਲ ਹੈ ਨਾ ਜੀ, ਜਿਸ ਤਰ੍ਹਾਂ ਦਾ ਵੀ ਲੋਕਤੰਤਰ ਹੈ ਸਾਡਾ। ਉਹ ਜਿਹੜਾ ਇਹ ਲੋਕਤੰਤਰ ਹੈ ਨਾ ਹਰਜੀਤ ਗਿੱਲ ਜੀ, ਇਹਦੇ 'ਚ ਬਦਲ ਜਿਹੜਾ ਆ ਉਹੀ ਬਦਲ ਰਵੇ, ਉਹੀ ਚਿਹਰੇ ਰਹਿਣ, ਉਹੀ ਕਰੈਕਟਰ ਪੋਲੀਟੀਕਲ ਰਵੇ, ਤਾਂ ਉਹਦਾ ਬਦਲ ਦਾ ਤਾਂ ਮਤਲਬ ਹੀ ਕੋਈ ਨਹੀਂ। ਬਦਲ ਅਲਟਰਨੇਟ ਪੋਲਿਟਿਕਸ ਦਾ ਹੁੰਦਾ ਹੈ। ਜੇ ਤਾਂ ਅਲਟਰਨੇਟ ਪੋਲਿਟਿਕਸ ਕੋਈ ਹੋ ਰਹੀ ਆ, ਉਹ ਬਦਲ ਦੀਆਂ ਸੰਭਾਵਨਾਵਾਂ ਬਣ ਰਹੀਆਂ ਤਾਂ ਬੜਾ ਪੋਜ਼ਿਟਿਵ ਹੈ। ਜੇ ਤੁਸੀਂ ਕਹੋਗੇ ਕਾਂਗਰਸ ਨੂੰ ਮਜ਼ਬੂਤ ਕਰਕੇ ਭਾਰਤੀ ਜਨਤਾ ਪਾਰਟੀ ਦਾ ਬਦਲ ਜਿਹੜਾ ਪੈਦਾ ਕਰ ਲਿਆ ਜਾਏਗਾ, ਤੇ ਇਹ ਤਾਂ ਕੋਈ ਮਤਲਬ ਨਹੀਂ ਹੈ। ਇਹ ਤਾਂ ਸਗੋਂ ਜਿੰਨੀ ਛੇਤੀ ਬਰਬਾਦ ਹੋਵੇ ਕਾਂਗਰਸ ਚੰਗੀ ਗੱਲ ਹੈ। ਤੇ ਉਹ ਜਿਹੜੀ ਬਰਬਾਦ ਹੋ ਰਹੀ ਆ ਕਾਂਗਰਸ ਨਾਲ, ਉਹਦਾ ਵੱਡਾ ਹਿੱਸਾ ਕਿੱਥੇ ਜਾ ਰਿਹਾ? ਉਹ ਭਾਰਤੀ ਜਨਤਾ ਪਾਰਟੀ 'ਚ ਜਾ ਰਿਹਾ ਨਾ। ਮਤਲਬ ਇਸ ਵੇਲੇ ਅੱਧੀ ਭਾਰਤੀ ਜਨਤਾ ਪਾਰਟੀ ਦਾ ਇੱਕ ਕਿਸਮ ਦਾ ਕਾਂਗਰਸੀਕਰਨ ਹੀ ਹੋ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਵੀ ਜਿਹੜੀ ਵਿਚਾਰਧਾਰਕ ਤੌਰ ਦੇ ਉੱਤੇ ਇੱਕ ਬੜੀ ਅਨੁਸ਼ਾਸਿਤ ਪਾਰਟੀ ਜਿਹੜੀ ਮੰਨੀ ਜਾਂਦੀ ਰਹੀ ਹੈ, ਉਹਦਾ ਵੀ ਲਗਭਗ ਉਹੀ ਹਾਲ ਹੈ ਜੋ ਕਾਂਗਰਸ ਦਾ ਸੀ, ਥੋੜੇ ਬਹੁਤ ਫਰਕ ਦੇ ਨਾਲ। ਜਿਹੜਾ ਰਾਜਸਥਾਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਰਾਜਸਥਾਨ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਹਾਲਤ ਬਹੁਤ ਪਤਲੀ ਆ। ਹੁਣ ਪੰਜਾਬ ਦੇ ਵਿੱਚ ਕੁਝ ਲੀਡਰ ਜਿਹੜੇ ਆ ਉਹ ਬੋਲਣ ਲੱਗ ਪਏ ਆਪਣੀ ਪਾਰਟੀ ਦੇ ਖਿਲਾਫ। ਸੋ ਜਿਹੜਾ ਬਦਲ ਦਾ ਮਾਮਲਾ ਹੈ ਨਾ ਜੀ, ਉਹ ਅਲਟਰਨੇਟ ਪੋਲਿਟਿਕਸ ਦਾ ਹੋਵੇ ਤਾਂ ਬਦਲ ਹੈ। ਤੇ ਮੈਂ ਤਾਂ ਕਹਿੰਦਾ ਜਿੰਨੀ ਛੇਤੀ ਇਹ ਜਿਹੜੀਆਂ ਸੋ ਕਾਲਡ ਜਿਹੜੀਆਂ ਪਾਰਟੀਆਂ ਜਿਨ੍ਹਾਂ ਨੇ ਦੇਸ਼ ਦੀ ਬਰਬਾਦੀ ਦੀਆਂ ਇਬਾਰਤਾਂ ਲਿਖਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਹਨਾਂ ਦਾ ਭੋਗ ਪੈ ਜਾਵੇ ਚੰਗਾ। ਜੇ ਕਾਂਗਰਸ ਪਾਰਟੀ ਨੇ ਕੁਝ ਇਤਿਹਾਸ ਤੋਂ ਸਬਕ ਹੀ ਨਹੀਂ ਸਿੱਖਣਾ ਤੇ ਫਿਰ ਤਾਂ ਇਹੀ ਹਾਲਤ ਹੋਣੀ ਹੈ। ਸੋ ਇਸ ਕਰਕੇ ਇਹ ਤਾਂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਰਾਂ ਦਾ ਫਿਕਰ ਹੁੰਦਾ ਸੀ ਕਿ ਕਾਂਗਰਸ ਜੀ ਬੀਜੇਪੀ ਦੇ ਮੁਕਾਬਲੇ ਮਜ਼ਬੂਤ ਹੋ ਜਾਵੇ, ਉਹਨੇ ਬੇੜਾ ਗਰਕ ਕਰ ਦਿੱਤਾ ਕਮਿਊਨਿਸਟ ਪਾਰਟੀਆਂ ਦਾ। ਜਿਹੜਾ ਇਹ ਵਿਚਾਰ ਹੈ ਨਾ ਵੀ ਬੀਜੇਪੀ ਨੂੰ ਰੋਕਣ ਵਾਸਤੇ ਕਾਂਗਰਸ ਦੀ ਮਦਦ ਕਰ ਦਿਓ ਜੀ। ਕਮਿਊਨਿਸਟ ਪਾਰਟੀਆਂ ਦਾ ਜਿਹੜਾ ਰਵਾਇਤੀ ਕਮਿਊਨਿਸਟ ਪਾਰਟੀਆਂ ਦਾ ਸਭ ਤੋਂ ਵੱਡਾ ਨੁਕਸਾਨ ਇਸੇ ਦ੍ਰਿਸ਼ਟੀਕੋਣ ਕਰਕੇ ਹੋਇਆ। ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋਵੇ, ਇਹ ਦੋਨੋਂ ਇੱਕੋ ਸਿੱਕੇ ਦੇ ਪਹਿਲੂ ਨੇ, ਦੋ ਪਹਿਲੂ ਨੇ, ਕੋਈ ਸ਼ੱਕ ਨਹੀਂ। ਇਹਨਾਂ ਦੇ ਮੁਕਾਬਲੇ ਇੱਕ ਲੋਕ ਬਦਲ ਉਸਾਰਨ ਦੀ ਜ਼ਰੂਰਤ ਹੈ। ਉਹਦੀਆਂ ਸੰਭਾਵਨਾਵਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ, ਉਹ ਬਣਨਗੀਆਂ, ਆਉਣ ਵਾਲੇ ਸਮੇਂ 'ਚ ਵੀ ਬਣਨਗੀਆਂ, ਨੈਸ਼ਨਲ ਲੈਵਲ ਤੇ ਵੀ ਬਣਨਗੀਆਂ ਤੇ ਸਟੇਟ ਲੈਵਲਸ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਪੋਲੀਟੀਕਲੀ, ਉਹਦੇ ਵਿੱਚੋਂ ਕਈ ਚੀਜ਼ਾਂ ਨਿਕਲਦੀਆਂ। ਮਤਲਬ ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਮੂਵਮੈਂਟ ਸੀ, ਉਹਨੇ ਜਨਤਾ ਪਾਰਟੀ ਉਹਦੇ ਚੋਂ ਕੱਢੀ, ਜਨਤਾ ਪਾਰਟੀ ਦੇ ਵਿੱਚੋਂ ਕਈ ਖੇਤਰੀ ਪਾਰਟੀਆਂ ਨਿਕਲ ਆਈਆਂ ਤੇ ਫਿਰ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਦਾ ਵੀ ਜਨਮ ਹੋ ਗਿਆ, RSS ਦਾ ਉਹਦੇ 'ਚ ਬਹੁਤ ਵੱਡਾ ਹਿੱਸਾ ਰਿਹਾ।
ਸੋ ਇਸੇ ਤਰ੍ਹਾਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੋਂ ਕੇਜਰੀਵਾਲ ਦੀ ਪਾਰਟੀ, ਆਮ ਆਦਮੀ ਪਾਰਟੀ ਨਿਕਲ ਆਈ ਹੈ। ਕਿਸਾਨ ਅੰਦੋਲਨ ਜਿਹੜਾ ਇਸ ਵੇਲੇ ਆ ਉਹ ਸਹੀ ਕਿਸਮ ਦਾ ਇੱਕ ਬੇਸ਼ੱਕ ਸਿਆਸੀ ਤੌਰ ਤੇ ਚੁਣਾਵੀ ਸਿਆਸਤ ਦੇ ਹਿਸਾਬ ਨਾਲ ਨਾ ਵੀ ਸਹੀ, ਤੇ ਪਰ ਉਹਨੇ ਇੱਕ ਲੋਕ ਬਦਲ ਦੀ ਸੰਭਾਵਨਾ ਜ਼ਰੂਰ ਪੈਦਾ ਕੀਤੀ ਹੈ। ਪਰ ਉਹਨੂੰ ਕਿੱਦਾਂ ਪੋਲੀਟੀਕਲੀ ਕਿੱਦਾਂ ਉਹਦਾ ਰੂਪਾਂਤਰਣ ਹੁੰਦਾ ਹੈ, ਇਹ ਭਵਿੱਖ ਦੇ ਗਰਭ ਦੇ ਵਿੱਚ ਆ। ਕੁਝ ਲੋਕਾਂ ਨੇ ਕਿਸਾਨ ਅੰਦੋਲਨ ਦੇ ਮੋਢੇ ਤੇ ਬੰਦੂਕ ਰੱਖ ਕੇ ਆਪਣਾ ਜਿਹੜਾ ਪੋਲੀਟੀਕਲ ਮੋਟਿਵ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਟਪਲਾ ਖਾ ਗਏ। ਉਹ ਲੋਕ ਬਹੁਤ ਕਾਹਲੀ ਕਰ ਗਏ ਤੇ ਉਹਨਾਂ ਦੇ ਜਿਹੜੇ ਗੁਰੂਜਨ ਸੀ ਉਹ ਸ਼ਾਇਦ ਸਿਆਸੀ ਤੌਰ ਦੇ ਉੱਤੇ ਉਹ ਸਹੀ ਢੰਗ ਨਾਲ ਉਹਨਾਂ ਨੂੰ ਉਸ ਢੰਗ ਨਾਲ ਨਹੀਂ ਡੀਲ ਕਰ ਸਕੇ। ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨਸ ਹੈ ਤੇ ਉਹ ਫਿਰ ਸਾਡੇ ਸਾਹਮਣੇ ਹੀ ਹੈ। ਤੇ ਉਹ ਚੰਗੀ ਗੱਲ ਵੀ ਹੋਈ ਹੈ ਵੀ ਜੇ ਇਸ ਕਿਸਮ ਦਾ ਕੋਈ ਸਪੇਸ ਜਿਹੜੀ ਪੰਜਾਬ 'ਚ ਬਣ ਰਹੀ ਸੀ, ਉਸ ਸਪੇਸ ਨੂੰ ਭਰਨ ਵਾਲੇ ਲੋਕ ਜਿਹੜੇ ਉਹਨਾਂ ਦੇ ਪਿੱਛੇ ਜਿਹੜੇ ਨਿਸ਼ਾਨੇ ਅਲਟੀਮੇਟਲੀ ਫਿਰ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਰਿਵਾਈਵ ਕਰਨ ਵਾਲੇ ਸੀਗੇ, ਜਿਹੜੇ ਨੰਗੇ ਹੋ ਗਏ ਆ, ਤਾਂ ਉਹ ਨਾ ਹੀ ਸਾਡੇ ਸਾਹਮਣੇ ਆਏ ਨਕਸ਼ੇ ਤੇ, ਤਾਂ ਚੰਗੀ ਗੱਲ ਹੈ। ਬਾਕੀ ਓਵਰਆਲ ਦੇਸ਼ ਪੱਧਰ ਜੀ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਦੇਸ਼ ਪੱਧਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜਿਹੜਾ ਸਾਡੇ ਕੋਲ ਇਤਿਹਾਸਕ ਪ੍ਰਮਾਣ ਮਿਲਦੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਜੈ ਪ੍ਰਕਾਸ਼ ਨਾਰਾਇਣ ਹਰਾਂ ਦਾ ਜਾਂ ਲੋਹੀਆ ਹਰਾਂ ਦਾ ਜ਼ਿਕਰ ਕੀਤਾ ਜਾਂਦਾ ਆ, ਉਹਨਾਂ ਦੀ ਵੱਡੀ ਮੂਵਮੈਂਟ ਜਿਹਨੂੰ ਸੰਪੂਰਨ ਕ੍ਰਾਂਤੀ ਕਿਹਾ ਗਿਆ ਸੀ, ਉਹਦੇ ਚੋਂ ਜਿਹੜੇ ਚਿਹਰੇ ਉੱਭਰੇ ਸੀਗੇ ਉਹ ਸਹਿਜੇ ਸਹਿਜੇ ਉਸੇ ਹੀ ਜਿਹੜਾ ਖਾਰਾ ਸਮੁੰਦਰ ਆ ਉਹਦੇ 'ਚ ਗਰਕ ਹੋ ਗਏ ਨੇ। ਔਰ ਮੈਨੂੰ ਲੱਗਦਾ ਹੈ ਕਿ ਉਸ ਲਹਿਰ ਦੇ ਜਿੰਨੇ ਆਗੂਆਂ ਦਾ ਨਾਂ ਲੈ ਲਈਏ, ਆਪਣੇ ਲਾਲੂ ਪ੍ਰਸਾਦ ਹਰੀ ਹੈਗੇ ਨੇ, ਨਿਤਿਸ਼ ਕੁਮਾਰ ਹੈਗੇ ਨੇ, ਇਸ ਵੇਲੇ ਬੀਜੇਪੀ 'ਚ ਵੱਡੇ ਲੀਡਰ 3-4 ਚਿਹਰੇ ਉਹ ਬੈਠੇ ਹੋਏ ਨੇ। ਔਰ ਉਹ ਬੰਦੇ ਜਿਹੜੇ ਨੇ ਉਹਨਾਂ ਦਾ ਕਿਰਦਾਰ, ਉਹਨਾਂ ਦੀ ਕਹਿਣੀ ਤੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਜਿੱਥੋਂ ਨਿਕਲ ਕੇ ਆਏ ਸੀ, ਉਹਦੇ ਨਾਲ ਕੁਝ ਵੀ ਨਹੀਂ ਮਿਲਦਾ। ਉਹ ਤਾਂ ਸਗੋਂ ਮੈਨੂੰ ਲੱਗਦਾ ਹੈ ਕਿ ਰਵਾਇਤੀ ਲੀਡਰਾਂ ਤੋਂ ਵੀ ਵੱਧ ਕਰਪਟ ਤੇ ਝੂਠੇ ਲੀਡਰ ਸਾਬਤ ਹੋਏ ਆ। ਤੇ ਫਿਰ ਇਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਅਲਟਰਨੇਟਿਵ ਬਦਲ ਜਿਹੜਾ ਆਪਾਂ ਲੱਭ ਰਹੇ ਹਾਂ, ਜਿੰਨਾ ਚਿਰ ਸੰਪੂਰਨ ਢਾਂਚਾ ਤਹਿਸ ਨਹਿਸ ਹੋ ਕੇ ਨਵੀਂ ਤਰ੍ਹਾਂ ਦਾ ਲੋਕਤੰਤਰ ਲੋਕ ਪੱਖੀ ਨਹੀਂ ਬਣਦਾ, ਉਹਨਾਂ ਚਿਰ ਇੰਡੀਵਿਜੂਅਲ ਲੋਕਾਂ ਦੇ ਕਿਸੇ ਵੀ ਮਤਲਬ ਵੱਡੇ ਗਰੁੱਪ ਚੋਂ ਨਿਕਲਣ ਜਾਂ ਕਿਸੇ ਮੂਵਮੈਂਟ ਚੋਂ ਨਿਕਲ ਕੇ ਉਹਨਾਂ ਵੱਲੋਂ ਸਹੀ ਲੀਹਾਂ ਤੇ ਦੇਸ਼ ਨੂੰ ਚਲਾਉਣ ਦਾ ਕਾਰਜ ਮੈਨੂੰ ਨਹੀਂ ਲੱਗਦਾ ਕਿ ਸੰਭਵ ਹੋ ਸਕੇ। ਕਿਉਂਕਿ ਸਿਸਟਮ ਜਿੰਨਾ ਚਿਰ ਰਹੇਗਾ ਉਹਨਾਂ ਚਿਰ ਲੋਕ ਆਉਂਦੇ ਰਹਿਣਗੇ, ਕਰਪਟ ਹੁੰਦੇ ਰਹਿਣਗੇ, ਟੱਬਰ ਪਾਲਦੇ ਰਹਿਣਗੇ ਤੇ ਆਮ ਲੋਕਾਂ ਨਾਲ ਧੋਖਾ ਹੁੰਦਾ ਰਹੇਗਾ। ਬਿਲਕੁਲ ਸਮਾਂ ਤੇ ਸਥਾਨ ਜਿਹੜਾ ਬੜਾ ਇੰਪੋਰਟੈਂਟ ਭੂਮਿਕਾ ਨਿਭਾਉਂਦਾ ਹੁੰਦਾ। ਜਿਹੜੀ ਕਮਿਊਨਿਸਟ ਆਈਡੀਓਲੋਜੀ ਦੇ ਵਿੱਚ ਵੀ ਟਾਈਮ ਤੇ ਸਪੇਸ ਵਾਲਾ ਜਿਹੜਾ ਮਸਲਾ ਆ ਉਹ ਬੜਾ ਇੰਪੋਰਟੈਂਟ ਭੂਮਿਕਾ ਇਹਦੇ 'ਚ ਨਿਭਾਉਂਦਾ ਹੈ। ਟੈਂਪਰੇਰੀ ਕੁਝ ਜਿਹੜੀਆਂ ਚੀਜ਼ਾਂ ਵਾਪਰਦੀਆਂ ਹੁੰਦੀਆਂ, ਇਹ ਟੈਂਪਰੇਰੀ ਰਾਹਤ ਦਿੰਦੀਆਂ। ਇਹ ਕੋਈ ਲੰਮੇ ਸਮੇਂ ਵਾਸਤੇ ਕੋਈ ਬਹੁਤ ਬਿਹਤਰ ਕਿਸਮ ਦਾ ਕਹਿ ਲਓ ਵੀ ਇੱਕ ਵਿਕਲਪ ਜਾਂ ਬਦਲ ਜਿਹੜਾ ਉਹ ਨਹੀਂ ਬਣਦਾ ਹੁੰਦਾ, ਪਰ ਫੌਰੀ ਤੌਰ ਦੇ ਉੱਤੇ ਕੁਝ ਰਾਹਤ ਜਿਹੜੀ ਜ਼ਰੂਰ ਮਿਲਦੀ ਰਹੀ ਹੈ। ਜਿੱਦਾਂ ਹੁਣ ਮੰਨ ਲਓ ਮਮਤਾ ਬੈਨਰਜੀ ਦੁਬਾਰਾ ਜਿੱਤ ਗਏ ਨੇ ਪੱਛਮੀ ਬੰਗਾਲ ਦੇ ਵਿੱਚ। ਜਿਹੜੇ ਲੋਕ ਦੇਖ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਬਹੁਤ ਡਿਕਟੇਰੀਅਲ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਡਿਵੈਲਪ ਕਰ ਦਿੱਤੀਆਂ ਭਾਰਤੀ ਜਨਤਾ ਪਾਰਟੀ ਨੇ, ਤੇ ਉਹ ਪੱਛਮੀ ਬੰਗਾਲ ਨੂੰ ਵੀ ਜਾ ਕੇ ਜਿੱਦਾਂ ਬਾਕੀ ਸੂਬਿਆਂ ਦੇ ਵਿੱਚ ਉਹਦਾ ਦਾ ਦਖਲ ਰਹਿ, ਜਾਂ ਜਿੱਥੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਜਾਂ ਜਿੱਥੇ ਨਹੀਂ ਵੀ ਸਰਕਾਰਾਂ ਉੱਥੇ ਜਿਵੇਂ ਉਹ ਜੋੜ ਤੋੜ ਦੀ ਜਾਂ ਸੌਦੇ ਦੀ ਪੋਲਿਟਿਕਸ ਕਰਕੇ ਉਹ ਸਰਕਾਰਾਂ ਡੇ ਕੇ ਵਿਰੋਧੀ ਧਿਰਾਂ ਦੀਆਂ ਆਪਣੀਆਂ ਸਰਕਾਰਾਂ ਬਣਾਉਂਦੀ ਹੈ। ਤੇ ਉਹ ਲੋਕ ਜਿਹੜੇ ਦੇਖ ਰਹੇ ਸੀ ਕਿ ਜੇ ਭਾਰਤੀ ਜਨਤਾ ਪਾਰਟੀ ਜਿਹੜਾ ਦਾਅਵਾ ਕਰ ਰਹੀ ਹੈ 200 ਤੋਂ ਜ਼ਿਆਦਾ ਸੀਟਾਂ ਲੈਣ ਦਾ, ਜੇ ਸੱਚਮੁੱਚ ਹੀ ਇੱਦਾਂ ਵਾਪਰ ਗਿਆ ਤਾਂ ਫਿਰ ਤਾਂ ਬਹੁਤ ਤਬਾਹੀ ਮੱਚ ਜਾਣੀ ਹੈ। ਉਹਨਾਂ ਲੋਕਾਂ ਨੂੰ ਤਾਂ ਬਹੁਤ ਵੱਡੀ ਰਾਹਤ ਮਿਲੀ ਆ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਹਾਰ ਗਈ ਆ ਉੱਥੇ, ਤੇ ਉਹਨਾਂ ਨੂੰ ਇਸ ਗੱਲ ਦੀ ਰਾਹਤ ਹੈ ਵੀ ਮਮਤਾ ਬੈਨਰਜੀ ਦੁਬਾਰਾ ਉੱਥੇ ਜਿੱਤ ਗਏ ਆ। ਪਰ ਮਮਤਾ ਬੈਨਰਜੀ ਦੇ ਜਿੱਤਣ ਦੇ ਨਾਲ ਜੇ ਤੁਸੀਂ ਪੱਛਮੀ ਬੰਗਾਲ ਦੀ ਜਨਤਾ ਦੀ ਗੱਲ ਕਰਨੀ ਹੋਵੇ, ਉੱਥੋਂ ਦਾ ਜਿਹੜਾ ਸਧਾਰਨ ਬੰਦਾ ਆ ਉਹਦੇ ਜੀਵਨ ਦੇ ਵਿੱਚ ਕੋਈ ਬਦਲਾਅ ਹੋ ਗਿਆ ਹੋਵੇ, ਉਹ ਤਾਂ ਹੈ ਨਹੀਂ। ਏਦਾਂ ਹੀ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਜਿਹੜੇ ਕੁਝ ਚਿਹਰੇ ਉੱਭਰਦੇ ਨੇ ਜਾਂ ਕੁਝ ਈਵਨ ਜਿਹੜੀਆਂ ਜਿਹੜੀ ਪਾਰਟੀਆਂ ਵੀ ਜਿਹੜੀਆਂ ਹੁੰਦੀਆਂ ਜਿਹਨਾਂ ਤੋਂ ਸਾਨੂੰ ਬਦਲਾਅ ਦੀ ਉਮੀਦ ਰਹਿੰਦੀ ਹੈ, ਉਹ ਵੀ ਜਦੋਂ ਸੱਤਾ ਦੇ ਵਿੱਚ ਆਉਂਦੀਆਂ ਹੈ ਤੇ ਆਪਣੇ ਪ੍ਰਿੰਸੀਪਲਸ ਤੋਂ ਥਿੜਕਦੀਆਂ ਚਲੀਆਂ ਜਾਂਦੀਆਂ। ਜਿਹਦੀ ਉਦਾਹਰਣ ਵੀ ਪੱਛਮੀ ਬੰਗਾਲ ਦੀ ਹੈ, ਜਿੱਥੇ 34 ਸਾਲ ਖੱਬੇ ਮੋਰਚੇ ਦਾ ਰਾਜ ਰਿਹਾ। ਖੱਬੇ ਮੋਰਚੇ ਦਾ ਰਾਜ ਪਹਿਲੇ 10 ਸਾਲ ਤੇ ਉਸ ਤੋਂ ਬਾਅਦ ਦੇ ਜਿਹੜੇ ਕਹਿ ਲਓ ਵੀ 25 ਸਾਲ ਹੈ ਉਹ ਬਿਲਕੁਲ ਹੀ ਵੱਖਰੇ ਤਰੀਕੇ ਦਾ ਰਾਜ ਹੈ। ਜਾਂ ਕਹਿ ਲਓ ਵੀ ਜੋਤੀ ਬਾਸੂ ਤੱਕ ਜਦੋਂ ਥਿੜਕਣ ਸ਼ੁਰੂ ਹੋਈ ਹੈ ਨੈਸ਼ਨਲ ਲੈਵਲ ਦੇ ਉੱਤੇ ਰਵਾਇਤੀ ਲੈਫਟ ਦੇ ਵਿੱਚ ਕਾਂਗਰਸ ਦੇ ਨਾਲ, ਜਿਹੜੀ ਮੈਂ ਗੱਲ ਕਰ ਰਿਹਾ ਜਿਹੜੀ ਸਾਂਝ ਭਿਆਲੀ ਪਾ ਕੇ
ਵੱਖ-ਵੱਖ ਸੂਬਿਆਂ ਦੇ ਵਿੱਚ ਜਾਂ ਦੇਸ਼ ਦੇ ਵਿੱਚ ਸੱਤਾ 'ਚ ਆਉਣ ਦੀ ਜਿਹੜੀ ਲਿਲਕ ਪੈਦਾ ਹੋਈ ਹੈ ਖੱਬੇ ਮੋਰਚੇ ਦੀ ਪ੍ਰਮੁੱਖ ਧਿਰ ਜਿਹੜੀ ਸੀਪੀਐਮ ਤੇ ਸੀਪੀਆਈ ਦੇ ਵਿੱਚ, ਉਦੋਂ ਤੋਂ ਹੀ ਪੱਛਮੀ ਬੰਗਾਲ ਵੀ ਜਿਹੜਾ ਮਰਨਾ ਸ਼ੁਰੂ ਹੋ ਗਿਆ ਸੀ। ਪੱਛਮੀ ਬੰਗਾਲ ਦੇ ਵਿੱਚ ਹੀ ਉਦੋਂ ਤੋਂ ਜਿਹੜੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਸੱਤਾ 'ਚ ਬੈਠੀ ਸੀਪੀਐਮ ਦੇ ਵਿੱਚ ਜਾਂ ਸੀਪੀਆਈ ਦੇ ਵਿੱਚ ਜਾਂ ਖੱਬੇ ਮੋਰਚੇ 'ਚ, ਜਿਹਨੇ ਮਮਤਾ ਬੈਨਰਜੀ ਦਾ ਉਦੈ ਜਿਹੜਾ ਕਰਨ ਦੇ ਵਿੱਚ ਇੱਕ ਰਸਤਾ ਪੱਧਰਾ ਕੀਤਾ। ਅੱਜ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਰਾਹਤ ਹੈ ਵੀ ਠੀਕ ਹੈ, ਮਮਤਾ ਬੈਨਰਜੀ ਘੱਟੋ ਘੱਟ ਉਹਨੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਇੱਕ ਆਪਣੇ ਆਪ ਨੂੰ ਪੇਸ਼ ਵੀ ਕੀਤਾ, ਇੱਕ ਲੜਾਕੀ ਯੋਧੇ ਦੇ ਤੌਰ ਦੇ ਉੱਤੇ, ਲੜਾਕੂ ਯੋਧੇ ਦੇ ਤੌਰ ਤੇ ਇੱਕ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਅਮਿਤ ਸ਼ਾਹ ਦੇ ਸਾਹਮਣੇ ਉਹਨੇ ਖੜ ਕੇ ਗੱਲ ਕਰਨ ਦੀ ਜ਼ਰੂਰਤ ਕੀਤੀ ਹੈ। ਉਹ ਵੱਡੀ ਰਾਹਤ ਸਾਨੂੰ ਦਿਖਾਈ ਦੇ ਰਹੀ ਹੈ, ਪਰ ਇਹਦੇ ਨਾਲ ਲੋਕਾਂ ਦੀ ਰਾਹਤ ਕਿਤੇ ਨਹੀਂ ਜੁੜੀ ਹੋਈ। ਜੇ ਤੁਸੀਂ ਉਸ ਐਂਗਲ ਤੋਂ ਦੇਖਣਾ ਹੋਵੇ ਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਤੇ ਨੈਸ਼ਨਲ ਲੈਵਲ ਦੇ ਉੱਤੇ ਵੀ ਜਿਸ ਲੋਕ ਪੋਲਿਟਿਕਸ ਦੀ ਜ਼ਰੂਰਤ ਹੈ ਉਹਦੀ ਕਿਤੇ ਵੀ ਝਲਕ ਹਾਲ ਫਿਲਹਾਲ ਨਹੀਂ ਹੈ। ਕਿਤੇ ਕਿਤੇ ਕੋਈ ਟੈਂਪਰੇਰੀ ਕੋਈ ਚੀਜ਼ਾਂ ਵਾਪਰਦੀਆਂ। ਸਾਨੂੰ ਅਰਵਿੰਦ ਕੇਜਰੀਵਾਲ ਦੇ ਵਿੱਚ ਇਨਕਲਾਬ ਦਿਸਣ ਲੱਗ ਪੈਂਦਾ ਹੈ, ਸਾਨੂੰ ਅੰਨਾ ਹਜ਼ਾਰੇ ਵੀ ਇਨਕਲਾਬੀ ਬੰਦਾ ਲੱਗਣ ਲੱਗ ਪੈਂਦਾ। ਕਈ ਵਾਰੀ ਤਾਂ ਇਹ ਵੀ ਹੋਇਆ ਕਿ ਸਾਡੀ ਜਿਹੜੇ ਘੱਟੋ ਘੱਟ ਸਾਡੇ ਲੋਕ ਜਿਹੜੇ ਪ੍ਰੋਗਰੈਸਿਵ ਲੋਕ ਹੈ, ਉਹ ਜਦੋਂ ਰਾਮਦੇਵ ਦਾ ਉਦੈ ਹੋਇਆ ਸੀ ਉਹਨਾਂ ਦੇ ਕੈਂਪਾਂ 'ਚ ਜਾਣ ਲੱਗ ਪਏ ਸੀ। ਇਹ ਸਾਰੀਆਂ ਜਿਹੜੀਆਂ ਕਚਿਆਈਆਂ ਨੇ, ਸਾਡੀਆਂ ਜਿਹੜੀਆਂ ਆਈਡੀਓਲੋਜੀਕਲ ਜਿਹੜੀਆਂ ਕਚਿਆਈਆਂ, ਜਿਹਦੇ ਕਰਕੇ ਅਸੀਂ ਬੜੀ ਛੇਤੀ ਇੱਕਦਮ ਅਸੀਂ ਜਿਹੜਾ ਕੋਈ ਉਭਾਰ ਆਉਂਦਾ ਉਹਦੇ ਬਗੜ ਲੱਗ ਜਾਂਦੇ ਆ, ਪਿਛਲੱਗ ਹੋ ਜਾਂਦੇ ਆ। ਇਹੀ ਵਰਤਾਰਾ ਹੋਇਆ ਸੀ ਨਾ ਆਮ ਆਦਮੀ ਪਾਰਟੀ ਦਾ। ਉਦੋਂ ਮੈਂ ਸਾਰੀਆਂ ਗੱਲਾਂ ਕਰਦਾ ਰਿਹਾ, ਉਦੋਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਗਾਲਾਂ ਤੱਕ ਕੱਢੀਆਂ ਵੀ ਤੂੰ ਤਾਂ ਭਾਈ ਬੀਜੇਪੀ ਦਾ ਏਜੰਟ ਹੈ, ਤੂੰ ਕਾਂਗਰਸ ਦਾ ਏਜੰਟ ਹੈ। ਪਰ ਰਿਐਲਿਟੀ ਤਾਂ ਸਾਹਮਣੇ ਆ ਗਈ ਨਾ। ਜਿੰਨੀ ਦੇਰ ਤੱਕ ਸਾਡਾ ਪੋਲੀਟੀਕਲ ਜ਼ਮੀਨ ਨਹੀਂ ਹੈ, ਉਹਦਾ ਕੋਈ ਨਜ਼ਰੀਆ ਨਹੀਂ ਹੈ, ਉਨੀ ਦੇਰ ਤੱਕ ਤੁਸੀਂ ਕੋਈ ਵੀ ਉਸਾਰੀ ਕਰ ਲਓ, ਉਹਨੇ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਜਾਣਾ ਹੁੰਦਾ ਜਿੱਦਣ ਉਹ ਸਾਰੀਆਂ ਚੀਜ਼ਾਂ ਗਈਆਂ। ਨਜ਼ਰੀਆ ਤੇ ਬਿਲਕੁਲ ਤੁਹਾਡੀ ਗੱਲ ਸਹੀ ਆ। ਮੈਨੂੰ ਲੱਗਦਾ ਸਿਆਸੀ ਸੋਚ ਭਾਵੇਂ ਪਰਪੱਕ ਨਾ ਹੋਵੇ, ਪਰ ਜਿੱਥੋਂ ਤੱਕ ਐਨਆਰਆਈ ਦਾ ਸੰਬੰਧ ਹੈ, ਜਦੋਂ ਤੁਸੀਂ ਕਰਦੇ ਹੋ ਆਮ ਆਦਮੀ ਪਾਰਟੀ ਦੀ ਗੱਲ, ਤੇ ਜਿਹੜਾ ਨਜ਼ਰੀਆ ਪੰਜਾਬ ਪ੍ਰਤੀ ਐਨਆਰਆਈ ਦਾ ਆ ਕਿ ਪੰਜਾਬ ਨੂੰ ਉਹ ਘੱਟੋ ਘੱਟ ਹੋਰ ਕੁਛ ਨਹੀਂ ਤੇ ਖੁਸ਼ਹਾਲ ਵੇਖਣਾ ਤੇ ਚਾਹੁੰਦੇ ਨੇ, ਜੀ ਜਾਨ ਨਾਲ ਚਾਹੁੰਦੇ ਨੇ ਕਿ ਉੱਥੇ ਦੇ ਜਿਹੜੇ ਸਾਡੇ ਭੈਣ ਭਰਾ ਬੈਠੇ ਨੇ ਉਹ ਵੀ ਸੁੱਖ ਮਾਣ ਸਕਣ। ਇਸ ਕਰਕੇ ਉਹ ਬਾਰ-ਬਾਰ ਉਲਾਰ ਹੋ ਜਾਂਦੇ ਨੇ, ਭਾਵਕ ਹੋ ਜਾਂਦੇ ਨੇ, ਤੇ ਕੋਈ ਵੀ ਚੰਗਾ ਸੰਦੇਸ਼ ਆਉਣ ਲੱਗਦਾ ਤੇ ਉਹਦੇ ਪਿੱਛੇ ਦੌੜ ਲਾ ਦਿੰਦੇ ਨੇ, ਆਪਣੀ એનર્ਜੀ ਵੀ ਖਰਾਬ ਵੇਸਟ ਕਰਦੇ ਨੇ ਤੇ ਧਨ ਵੀ ਵੇਸਟ ਕਰਦੇ ਨੇ। ਪਰ ਉੱਥੇ ਸੌਰ ਦਾ ਕੁਝ ਵੀ ਨਹੀਂ, ਸਗੋਂ ਉਲਟੇ ਮਿਹਣੇ ਮਿਲਦੇ ਨੇ ਕਿ ਤੁਸੀਂ ਉੱਥੇ ਬੈਠੇ ਹੋ ਜੀ, ਤੁਹਾਨੂੰ ਕੀ ਪਤਾ ਇੱਥੋਂ ਦੀਆਂ ਜਿਹੜੀਆਂ ਗਰਾਊਂਡ ਦੀਆਂ ਰਿਐਲਿਟੀਜ਼ ਨੇ ਉਹ ਕੁਝ ਅਲੱਗ ਨੇ ਤੇ ਤੁਸੀਂ ਅਲੱਗ ਤਰ੍ਹਾਂ ਕਰ ਸੋਚਦੇ ਹੋ। ਤੁਸੀਂ ਉੱਥੇ ਬੈਠੋ ਤੇ ਆਪਣਾ ਆਰਾਮ ਨਾਲ ਆਪਣੀ ਜ਼ਿੰਦਗੀ ਮਾਣੋ। ਪਰ ਇਹ ਕਿਤੇ ਨਾ ਕਿਤੇ ਇੱਕ ਭਾਵੁਕਤਾ ਵਸ ਜਿਹੜਾ ਪੰਜਾਬ ਨਾਲ ਲਗਾਵ ਆ ਉਹ ਮਜਬੂਰ ਕਰ ਦਿੰਦਾ। ਮੈਨੂੰ ਯਾਦ ਹੈ ਅਸੀਂ ਵੀ ਉਦੋਂ ਸੋਚਦੇ ਹੁੰਦੇ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਉਭਾਰ ਨਾਲ ਪੰਜਾਬ ਦਾ ਕੁਝ ਸੌਰ ਸਕਦਾ ਆ। ਮੈਨੂੰ ਉਹ ਵੀ ਯਾਦ ਹੈ, ਆਪਾਂ ਵੀ ਕਈ ਵਾਰ ਗੱਲ ਕੀਤੀ ਸੀ ਔਰ ਤੁਸੀਂ ਬੜੇ ਉਹ ਰਾਜਨੀਤਿਕ ਪੱਖ ਤੋਂ ਇਸ ਗੱਲ ਨੂੰ ਨਕਾਰਦੇ ਰਹੇ ਹੋ ਕਿ ਉਹਦੇ ਨਾਲ ਕੁਝ ਵੀ ਜਿਹੜਾ ਉਹ ਹੋਣ ਵਾਲਾ ਨਹੀਂ ਹੈ। ਅਨੇ ਦੇਖੋ, ਭਾਵਨਾ ਜਿਹੜੀ ਆ ਬੜੀ ਪਵਿੱਤਰ ਭਾਵਨਾ ਆ। ਐਨਆਰਆਈ ਸਾਡੇ ਭਰਾ ਭੈਣਾਂ, ਉਹਨਾਂ ਦੀ ਇਹ ਬੜੀ ਪਵਿੱਤਰ ਭਾਵਨਾ ਹੈ ਕਿ ਪੰਜਾਬ ਦਾ ਕੁਝ ਸੌਰ ਜਾਵੇ। ਪਰ ਜਿਹੜੀ ਸਮਝਦਾਰੀ ਜਿਹੜੀ ਬਣਨੀ ਹੁੰਦੀ ਨਾ ਹਰਜੀਤ ਭਾਜੀ, ਉਹਦੇ ਲਈ ਇੱਕ ਵਾਰੀ ਸੱਟ ਵੱਜਦੀ ਆ ਜਾਂ ਇੱਕ ਵਾਰੀ ਧੋਖਾ ਹੁੰਦਾ, 2 ਵਾਰੀ ਹੁੰਦਾ, 3 ਵਾਰੀ ਹੁੰਦਾ, ਬਾਰ-ਬਾਰ ਧੋਖੇ ਹੁੰਦੇ ਆ, ਬਾਰ-ਬਾਰ ਜੀ ਤੁਸੀਂ ਇਹ ਸਾਰੇ ਵਰਤਾਰੇ ਜਿਹੜੇ ਗਿਣਾਏ ਆ, ਉਸ ਤੋਂ ਪਹਿਲਾਂ ਵਰਤਾਰਾ ਜਿਹੜਾ ਆ ਉਹ ਮਨਪ੍ਰੀਤ ਬਾਦਲ ਵਾਲਾ, ਆਮ ਆਦਮੀ ਪਾਰਟੀ ਤੋਂ ਪਹਿਲਾਂ ਵਾਲਾ ਵਰਤਾਰਾ। ਮਨਪ੍ਰੀਤ ਲਈ ਕਿੰਨੀ ਵੱਡੀ ਤਾਦਾਦ ਦੇ ਵਿੱਚ ਐਨਰਾਈਜ਼ ਨੇ ਜਿਹੜਾ ਮਤਲਬ ਫਿਜ਼ੀਕਲੀ ਵੀ ਆ ਕੇ ਉਹਨਾਂ ਦੇ ਕੋਲ ਆ ਕੇ ਤੇ ਵੈਸੇ ਵੀ ਕੰਪੇਨ ਦੇ ਤੌਰ ਤੇ ਕਿੰਨਾ ਕੰਮ ਕੀਤਾ ਐਨਰਾਈਜ਼ ਨੇ, ਐਪਰੀਸ਼ੀਏਬਲ ਹੈ। ਪਰ ਮਨਪ੍ਰੀਤ ਨੇ ਵੀ ਜਿਸ ਢੰਗ ਦੇ ਨਾਲ ਸਾਰੇ ਪੰਜਾਬ ਨੂੰ ਧੋਖਾ ਦਿੱਤਾ। ਫਿਰ ਆਮ ਆਦਮੀ ਪਾਰਟੀ ਦਾ ਵਰਤਾਰਾ ਆ, ਕਿਤੇ ਭਗਵੰਤ ਮਾਨ ਦੀ ਦੁਗਦੁਗੀ ਵਜਾਉਂਦੇ ਰਹੇ, ਕਦੀ ਕਿਸੇ ਦੀ ਵਜਾਉਂਦੇ ਰਹੇ। ਫਿਰ ਸੁਖਪਾਲ ਖਹਿਰੇ ਨੂੰ ਐਡਾ ਨਾਇਕ ਬਣਾਇਆ। ਅੱਜ ਸੁਖਪਾਲ ਖਹਿਰੇ ਨੇ ਕੀ ਕੀਤਾ? ਫਿਰ ਨਵਜੋਤ ਸਿੱਧੂ ਦੇ ਵਿੱਚੋਂ ਇਨਕਲਾਬ ਦਿਸਣ ਲੱਗ ਪੈਂਦਾ, ਜਿਹੜਾ 25 ਸਾਲ ਤੱਕ ਦੇਸ਼ ਦੀ ਸਭ ਤੋਂ ਜ਼ਿਆਦਾ ਜਿਹੜੀ ਖਤਰਨਾਕ ਧਿਰ ਹੈ ਉਹਦੇ ਐਮਪੀ ਦੇ ਤੌਰ ਦੇ ਉੱਤੇ ਵਿਚਰਦਾ ਰਿਹਾ। ਕੁਝ ਲੋਕ ਨਵਜੋਤ ਸਿੱਧੂ ਦੇ ਵਿੱਚੋਂ ਪੰਜਾਬ ਦੇ ਵਿੱਚ ਇਨਕਲਾਬ ਦੇਖਦੇ ਆ, ਜਿੱਤੇਗਾ ਪੰਜਾਬ, ਉਹਦੇ ਕਰਕੇ ਜਿੱਤ ਜਾਣਾ ਪੰਜਾਬ। ਈਵਨ ਆ ਹੁਣ ਇੰਨਾ ਵੱਡਾ ਸਾਡਾ ਅੰਦੋਲਨ ਹੈ, ਉਸ ਅੰਦੋਲਨ ਨੇ ਤੁਹਾਨੂੰ ਦੱਸਿਆ ਵੀ ਸਾਡੀ ਪੰਜਾਬੀਆਂ ਦੀ ਵੀ ਦੁਨੀਆ ਭਰ ਦੇ ਵਿੱਚ ਇੱਕ ਇੱਜ਼ਤ ਬਣਾਈ ਹੈ। ਜਿਹੜੀ ਇੱਕ ਨਫ਼ਰਤ ਸੀ ਨਾ, ਈਵਨ ਮੈਂ ਤੁਹਾਨੂੰ ਦੱਸਾਂ ਸਿੱਖ ਕਮਿਊਨਿਟੀ ਪ੍ਰਤੀ ਜਿਹੜੀ ਇੱਕ ਨਾ ਕਿਤੇ ਕਿਤੇ ਬਹੁਤੀ ਦੁਨੀਆ ਦੇ ਵਿੱਚ ਜਿਹੜੀਆਂ ਘਟਨਾਵਾਂ ਨਸਲ ਭੇਦ ਦੀਆਂ ਵੀ ਵਾਪਰੀਆਂ, ਸਿੱਖ ਕਮਿਊਨਿਟੀ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਿਆ ਜਾਣ ਲੱਗ ਪਿਆ ਸੀ। ਸਿੱਖ ਕਮਿਊਨਿਟੀ ਦੀ ਵੀ ਕਿਸਾਨ ਅੰਦੋਲਨ ਨੇ ਜਿਹੜੀ ਇੱਜ਼ਤ ਹੈ ਜਾਂ ਵਕਾਰ ਹੈ ਉਹਨੂੰ ਬਹਾਲ ਕੀਤਾ ਹੈ।
ਪਰ ਅਸੀਂ ਉਹਦੇ ਵਿੱਚੋਂ ਵੀ ਦੀਪ ਸਿੱਧੂ ਦੇਖ ਲਿਆ। ਮਤਲਬ ਦੀਪ ਸਿੱਧੂ ਨੂੰ ਜਿੱਦਾਂ ਹੀਰੋ ਬਣਾਇਆ ਗਿਆ, ਤੇ ਉਹਨੇ ਵੀ ਜਿੱਡਾ ਵੱਡਾ ਧੋਖਾ ਹੈ ਸਾਰੀ ਮੂਵਮੈਂਟ ਨੂੰ ਦਿੱਤਾ ਹੈ। ਤੇ ਜਿਵੇਂ ਹੁਣ ਵੀ ਮਤਲਬ ਪੰਜਾਬ ਦੇ ਵਿੱਚ ਜਿੱਦਾਂ ਉਹ ਮੂਵ ਕਰਦਾ ਹੈ, ਤੇ ਉਹ ਪੰਜਾਬ ਦੀ ਜਿਹੜੀ ਮੈਂ ਕਿਹਾ ਵੀ ਪੰਜਾਬ ਨੂੰ ਵੈਸੇ ਤਾਂ ਆਮ ਤੌਰ ਤੇ ਇਹ ਕਹਾਵਤ ਵੀ ਹੈ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਵਾਲੀ ਗੱਲ ਹੈ, ਪਰ ਫਿਰ ਵੀ ਪੰਜਾਬ ਨੂੰ ਇੱਕ ਸਿਹਤਮੰਦ ਕਿਸਮ ਦੀ ਜਿਹੜੀ ਰਾਜਨੀਤੀ ਦੀ ਜ਼ਰੂਰਤ ਹੈ। ਤੇ ਉਹਦੇ 'ਚ ਇਸ ਤਰ੍ਹਾਂ ਦੇ ਮੋਹਰੇ ਜਿਹੜੇ ਫਿੱਟ ਕਰ ਦਿੱਤੇ ਜਾਂਦੇ ਆ, ਜਿਹੜੇ ਡਿਸਟਰਬ ਕਰਦੇ ਆ ਸਾਰੀ ਚੀਜ਼ ਨੂੰ, ਉਹਨਾਂ ਨੂੰ ਵੀ ਨਾਇਕ ਦੇ ਤੌਰ ਤੇ ਸਾਡੇ ਕੋਈ ਜਨਰਲਾਈਜ਼ ਵੀਰ ਜਿਹੜੇ ਦੇਖਦੇ ਆ। ਤੇ ਫਿਰ ਦੁੱਖ ਲੱਗਦਾ ਕਿ ਬਾਰ-ਬਾਰ ਠੱਗੇ ਜਾਣ ਦੇ ਬਾਵਜੂਦ ਵੀ ਤੁਸੀਂ ਨਵੀਂ ਠੱਗੀ ਦਾ ਸ਼ਿਕਾਰ ਹੋਣ ਵਾਸਤੇ ਤਿਆਰ ਹੋ ਜਾਂਦੇ ਹੋ। ਦੁਸਾਂਝ ਸਾਹਿਬ, ਵੈਸੇ ਇਹ ਇੱਕ ਮੰਨਿਆ ਜਾਂਦਾ ਆ ਕਿ ਜਿਹੜਾ ਬੰਗਾਲ ਆ ਤੇ ਪੰਜਾਬ ਆ, ਇੱਥੋਂ ਦੇ ਲੋਕਾਂ ਦਾ ਜਿਹੜਾ ਨਾ ਜੀ ਖਸਲਤ ਆ, ਜਿਹੜੀ ਇੱਥੋਂ ਦੀ ਮਿੱਟੀ ਆ, ਉਹ ਨਾਬਰ ਕਿਸਮ ਦੀ ਮਿੱਟੀ ਆ ਕਿ ਉਹ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਆ ਉਹਦੇ ਨਾਲ ਕਦੀ ਵੀ ਮਿਲ ਕੇ ਨਹੀਂ ਚੱਲਦੇ। ਜੇ ਕੇਂਦਰ ਵਿੱਚ ਕਾਂਗਰਸ ਆਉਂਦੀ ਆ ਤੇ ਪੰਜਾਬ 'ਚ ਕੋਈ ਹੋਰ ਧਿਰ ਆ ਕੇ ਰਾਜ ਕਰਨ ਲੱਗ ਜਾਂਦੀ ਆ। ਇਹੋ ਹਾਲ ਬੰਗਾਲ ਦਾ ਆ, ਤੇ ਇਹਦਾ ਕਰਕੇ ਵੀ ਜਿਹੜਾ ਨੁਕਸਾਨ ਹਮੇਸ਼ਾ ਇਹਨਾਂ ਦੋ ਸਟੇਟਾਂ ਦਾ ਲਗਾਤਾਰ ਹੁੰਦਾ ਜਾਂਦਾ ਆ। ਔਰ ਇਸ ਚੋਂ ਨਿਕਲ ਪਾਉਣਾ ਜਿਹੜਾ ਸਾਡਾ ਇਤਿਹਾਸਕ ਇੱਕ ਬਣਿਆ ਹੋਇਆ ਕਿਰਦਾਰ ਆ ਜਾਂ ਵਿਹਾਰ ਆ ਦੁੱਲੇ ਭੱਟੀ ਵਾਲਾ, ਕਿ ਬਾਗੀ ਹੋਣਾ, ਬਾਗੀ ਤਬੀਅਤ ਦਾ ਹੋਣਾ, ਇਹ ਵੀ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਲਗਾਤਾਰ ਪਹੁੰਚਾਉਂਦਾ ਲੱਗਦਾ ਜੀ। ਦੇਖੋ, ਬਾਗੀ ਹੋਣਾ ਤਾਂ ਕੋਈ ਗੁਨਾਹ ਨਹੀਂ ਹੈ। ਬਾਗੀ ਤਾਂ ਉਹੀ ਵਿਅਕਤੀ ਹੁੰਦਾ ਹੈ ਜਿਸ ਵਿਅਕਤੀ ਦੇ ਵਿੱਚ ਥੋੜਾ ਬਹੁਤ ਵੀ ਜੋ ਸਾਹਮਣੇ ਸਾਰਾ ਕੁਝ ਵਾਪਰ ਰਿਹਾ ਹੈ ਤੇ ਉਹਦੇ 'ਚ ਆਪਣਾ ਉਹਦਾ ਇੱਕ ਵਿਚਾਰ ਪ੍ਰਕਿਰਿਆ ਹੁੰਦੀ ਹੈ, ਥੋੜਾ ਬਹੁਤ ਵੀ ਕਾਰਨ ਹੁੰਦਾ ਹੈ, ਤੇ ਉਹ ਲਾਜ਼ਮੀ ਤੌਰ ਤੇ ਬਾਗੀ ਹੁੰਦਾ। ਇਹਨੂੰ ਤੁਸੀਂ ਆਪਣੇ ਸੁਸਾਇਟੀ ਦੇ ਜਿਹੜੇ ਪ੍ਰਾਇਮਰੀ ਯੂਨਿਟਸ ਵੀ ਦੇਖ ਲੈਂਦੇ ਹੋ, ਜਾਂ ਆਪਣੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਕ ਬੱਚਾ ਜਿਹੜਾ ਹੈ, ਬਾਕੀ ਜਿਹੜੇ ਬੱਚੇ ਉਹਨਾਂ ਨੂੰ ਵੱਖਰੇ ਸੁਭਾਅ ਦਾ ਹੁੰਦਾ ਹੈ। ਤੇ ਉਹ ਸਾਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੀ ਸਾਡੀ ਘਰ ਦੀ ਜਿਹੜੀ ਇੱਕ ਆਪੂ ਜਿਹੜਾ ਇੱਕ ਜ਼ਾਬਤਾ ਜਿਹੜਾ ਬਣਿਆ ਹੋਇਆ, ਉਸ ਜ਼ਾਬਤੇ ਨੂੰ ਤੋੜਨ ਵਾਲਾ ਬੰਦਾ ਹੈ। ਅਸੀਂ ਕਈ ਵਾਰੀ ਉਹਨੂੰ ਹੋਰ ਤਰੀਕੇ ਨਾਲ ਲੈਂਦੇ ਹਾਂ, ਪਰ ਉਹੀ ਬੱਚਾ ਭਵਿੱਖ ਦੇ ਵਿੱਚ ਕਈ ਵਾਰੀ ਬਹੁਤ ਬਿਹਤਰ ਕਿਸਮ ਦੀ ਪਰਫਾਰਮੈਂਸ ਦਿੰਦਾ ਬਾਕੀਆਂ ਦੇ ਮੁਕਾਬਲੇ। ਪਰ ਸਿਰਫ ਇਹੀ ਹੁੰਦਾ ਵੀ ਬਾਗੀ ਹੋਣ ਦੇ ਨਾਲ ਨਾਲ ਜੇ ਕਿਤੇ ਮਤਲਬ ਜੋਸ਼ ਜਿਹੜਾ ਆ, ਬਾਗੀਆਨਾ ਜਿਹੜਾ ਇੱਕ ਕਿਸਮ ਦਾ ਰਵੱਈਆ ਆ, ਉਹਦੇ 'ਚ ਜੇ ਕਿਤੇ ਸਹੀ ਕਿਸਮ ਦਾ ਨਜ਼ਰੀਆ ਵੀ ਸ਼ਾਮਲ ਹੋ ਜਾਵੇ। ਬਾਗੀ ਤਾਂ ਭਗਤ ਸਿੰਘ ਹੋਰੀ ਵੀ ਸੀਗੇ, ਤੇ ਬਾਗੀ ਤਾਂ ਇਹ ਗੈਂਗਸਟਰ ਵੀ ਨੇ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਜ਼ਿਕਰ ਹੁੰਦਾ। ਪਰ ਗੈਂਗਸਟਰ ਤੇ ਭਗਤ ਸਿੰਘ ਦੀ ਇੱਕ ਆਈਡੀਓਲੋਜੀ ਦੇ ਵਿੱਚ ਜਿਹੜਾ ਬਹੁਤ ਵੱਡਾ ਫਰਕ ਹੈ। ਭਗਤ ਸਿੰਘ ਦੀ ਆਈਡੀਓਲੋਜੀ ਤਾਂ ਉਹਦੀ ਵਿਚਾਰ ਪ੍ਰਕਿਰਿਆ ਜਿਹੜੀ ਹੈ 23 ਸਾਲ ਦੀ ਉਮਰ ਤੱਕ ਵੀ ਇੰਨੀ ਸੀ, ਜਿਹਨੂੰ ਅੱਜ ਵੀ ਅਸੀਂ ਡਿਸਕਸ ਕਰਦੇ ਹਾਂ, ਉਹ ਲਿਖਤਾਂ ਦੇ ਵਿੱਚ ਸਾਡੇ ਕੋਲ ਮੌਜੂਦ ਹੈ। ਸੋ ਬਾਗੀ ਹੋਣਾ ਤੇ ਬਾਗੀ ਹੋਣ ਦੇ ਨਾਲ ਨਾਲ ਕਿਤੇ ਸਹੀ ਕਿਸਮ ਦਾ ਨਜ਼ਰੀਆ ਜਿਹੜਾ ਅਡਾਪਟ ਕਰ ਲੈਣਾ, ਉਹ ਸ਼ਾਇਦ ਜ਼ਿਆਦਾ ਉਹਦੀ ਜ਼ਰੂਰਤ ਹੈ ਇਸ ਵੇਲੇ ਹੈ। ਤੇ ਜਿਹੜਾ ਬੌਧਿਕ ਚਿੰਤਨ ਹੈ ਬੜਾ ਇੰਪੋਰਟੈਂਟ ਹੈ, ਜਿਹੜਾ ਪੰਜਾਬ ਆਪਣੀ ਇਸ ਰਵਾਇਤ ਨੂੰ ਕਿਤੇ ਨਾ ਕਿਤੇ ਗਵਾ ਚੁੱਕਾ ਹੈ। ਤੇ ਈਵਨ ਜਿਹੜੇ ਬਾਕੀ ਬੰਗਾਲ ਦਾ ਤੁਸੀਂ ਜ਼ਿਕਰ ਕੀਤਾ, ਉੱਥੇ ਸ਼ਾਇਦ ਚਿੰਤਨ ਦੀ ਪਰੰਪਰਾ ਹਾਲੇ ਵੀ ਜਿਹੜੀ ਕਾਇਮ ਹੈ, ਪਰ ਅਸੀਂ ਚਿੰਤਨ ਦੀ ਪਰੰਪਰਾ ਜਿਹੜੀ ਆ ਉਹ ਤਿਆਗ ਦਿੱਤੀ ਆ ਪੰਜਾਬੀਆਂ ਨੇ। ਤੇ ਸਿਰਫ ਤੇ ਸਿਰਫ ਕਹਿ ਲਓ ਵੀ ਜੋਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਕਰ ਜਾਂਦੇ ਹਾਂ। ਪਰ ਫਿਰ ਵੀ ਮੈਨੂੰ ਲੱਗਦਾ ਹੈ ਵੀ ਇਹ ਨਹੀਂ ਹੈ ਕਿ ਸਾਰਾ ਕੁਝ ਗਵਾਚ ਗਿਆ। ਆ ਜਿਹੜਾ ਕਿਸਾਨ ਅੰਦੋਲਨ ਦੀ ਉਤਪਤੀ ਜਿਹੜੀ ਹੋਈ ਹੈ, ਇਹ ਉਤਪਤੀ ਦੀ ਜ਼ਮੀਨ ਵੀ ਜਿਹੜੀ ਆ ਪੰਜਾਬ ਹੀ ਬਣੀ ਹੈ। ਤੇ ਇਹਦੇ ਪਿੱਛੇ ਵੀ ਕੇਵਲ ਬਾਗੀ ਹੋਣਾ ਨਹੀਂ ਹੈ, ਜੋਸ਼ ਨਹੀਂ ਹੈ, ਇਹਦੇ ਪਿੱਛੇ ਵੀ ਇੱਕ ਪੂਰੀ ਦੀ ਪੂਰੀ ਵਿਚਾਰ ਪ੍ਰਕਿਰਿਆ ਹੈ। ਤੇ ਇਸੇ ਕਰਕੇ ਲੌਜੀਕਲੀ ਕਿਸਾਨ ਅੰਦੋਲਨ ਨੇ ਆਪਣੇ ਆਪ ਨੂੰ ਸਹੀ ਸਾਬਤ ਕੀਤਾ ਹੈ। ਇਹਦੀ ਅਗਵਾਈ ਪੰਜਾਬ ਦੇ ਹੱਥ ਹੈ, ਭਾਵੇਂ ਹੁਣ ਦੇਸ਼ ਦਾ ਅੰਦੋਲਨ ਹੈ ਇਹ, ਪਰ ਇਹਦੀ ਬਹੁਤਕ ਅਗਵਾਈ ਹਾਲੇ ਵੀ ਪੰਜਾਬ ਦੇ ਹੱਥ ਹੈ। ਇਹ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਹੜੀ ਡਾਇਲੋਗ ਦਾ ਲੈਵਲ ਜਿਹੜਾ ਸਿਰਜਿਆ ਸਾਡੀ ਕਿਸਾਨ ਲੀਡਰਸ਼ਿਪ ਨੇ, ਉਹ 'ਚ ਡਾਇਲੋਗ ਕਰਨ ਵਾਲੇ ਕਿਹੜੇ ਲੋਕ ਨੇ, ਉਹ ਬਹੁਤੇ ਪੰਜਾਬੀ ਲੀਡਰਸ਼ਿਪ ਦੇ ਵਿੱਚੋਂ ਨੇ। ਭਾਵੇਂ ਨੈਸ਼ਨਲ ਸੀਨ ਦੇ ਉੱਤੇ ਰਾਕੇਸ਼ ਟਕੈਤ ਦਾ ਬਹੁਤ ਵੱਡਾ ਜਿਹੜਾ ਇੱਕ ਇਮੇਜ ਬਣ ਗਿਆ, ਖਾਸ ਤੌਰ ਤੇ ਟੀਵੀ ਚੈਨਲਸ ਦੇ ਵਿੱਚ ਵੀ, ਬਾਕੀ ਵੀ, ਪਰ ਜਿਹੜਾ ਡਾਇਲੋਗ ਦੇ ਟੇਬਲ ਤੇ ਆ, ਰਾਕੇਸ਼ ਟਕੈਤ ਨੇ ਆਪ ਮੰਨਿਆ ਵੀ ਉੱਥੇ ਮੈਂ ਨਹੀਂ ਗੱਲ ਕਰਦਾ, ਬੈਠਾ ਹੁੰਦਾ ਮੈਂ, ਉੱਥੇ ਗੱਲ ਬਹੁਤੀ ਆ ਜਿਹੜੇ ਪੰਜਾਬ ਦੇ ਲੀਡਰ ਕਰਦੇ ਆ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜੇ ਵਿਚਾਰ, ਕਿਤੇ ਵਿਚਾਰਧਾਰਕ ਜਿਹੜੀ ਇੱਕ ਜ਼ਮੀਨ ਹੈ, ਇਹਨੂੰ ਕਿਸਾਨ ਅੰਦੋਲਨ ਨੇ ਪੰਜਾਬ 'ਚ ਰਿਵਾਈਵ ਵੀ ਕੀਤਾ, ਪਰ ਇਹਦੀ ਬਹੁਤ ਜ਼ਿਆਦਾ ਲੋੜ ਹੈ। ਇਹਨੂੰ ਹੋਰ ਜ਼ਿਆਦਾ ਤਿੱਖਾ ਕਰਨ ਦੀ ਤੇ ਵਧਾਉਣ ਦੀ ਜ਼ਰੂਰਤ ਹੈ। ਤਾਂ ਇਹਦੇ ਵਿੱਚੋਂ ਸ਼ਾਇਦ ਕੁਝ
ਬਿਹਤਰ ਨਿਕਲ ਸਕੇ। ਜੀ ਬਿਲਕੁਲ। ਤੁਸੀਂ ਗੈਂਗਸਟਰ ਦਾ ਜ਼ਿਕਰ ਕੀਤਾ ਜੀ, ਤੇ ਅੱਜ ਇੱਕ ਇਹ ਵੀ ਵੱਡੀ ਖਬਰ ਹੈ ਕਿ 2 ਗੈਂਗਸਟਰ ਜਿਹੜੇ ਆ ਕਲਕੱਤੇ ਇਨਕਾਊਂਟਰ ਕਰਕੇ ਮਾਰ ਦਿੱਤੇ ਗਏ ਆ। ਉਹਨਾਂ ਦੇ ਉੱਤੇ ਇਲਜ਼ਾਮ ਸੀਗਾ ਕਿ ਉਹ ਪਹਿਲਾਂ ਗੈਂਗਸਟਰ ਸੀਗੇ, ਫਿਰ ਉਹ ਤਸਕਰ ਬਣ ਗਏ ਡਰੱਗ ਦੇ, ਤੇ ਪਿਛਲੇ ਦਿਨੀ ਉਹਨਾਂ 2 ਪੁਲਿਸ ਦੇ ASI ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਗਾ। ਇਨਕਾਊਂਟਰ ਉਹਨਾਂ ਦਾ ਬਣਾਇਆ ਗਿਆ ਜੀ ਕਲਕੱਤੇ ਜਾ ਕੇ, ਪਤਾ ਨਹੀਂ ਉਹ 'ਚ ਸੱਚਾਈ ਕਿੰਨੀ ਕਿਆ ਇਨਕਾਊਂਟਰ ਹੈ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਫੜ ਕੇ ਮਾਰਿਆ ਗਿਆ। ਪਰ ਜਿਹੜੇ ਇਹਦੇ ਤੇ ਵੀ 2 ਵਿਚਾਰਧਾਰਾ ਹਮੇਸ਼ਾ ਭਿੜਦੀਆਂ ਰਹਿੰਦੀਆਂ ਨੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਗੈਂਗਸਟਰ ਬਣਦੇ ਲੋਕ ਨੇ ਜਾਂ ਚੋਰ ਚੱਕੇ ਬਣਦੇ ਆ ਜਾਂ ਕੋਈ ਵੀ ਕੁਝ ਬਣਦਾ ਜ਼ਿੰਦਗੀ 'ਚ, ਤੇ ਉਹਦਾ ਕੋਈ ਕਸੂਰ ਜ਼ਿਆਦਾ ਨਹੀਂ ਹੁੰਦਾ, ਹਾਲਾਤ ਉਹਨੂੰ ਮਜਬੂਰ ਕਰ ਦਿੰਦੇ ਨੇ ਕਿ ਉਹ ਇਸ ਪਾਸੇ ਨੂੰ ਜਾਣ ਲੱਗ ਜਾਂਦਾ। ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲੀ ਜਾਂ ਦਿਮਾਗੀ ਤੌਰ ਤੇ ਪਰਪੱਕ ਨਾ ਹੋਣ ਕਰਕੇ ਕਈ ਸ਼ਾਰਟਕਟ ਰਸਤੇ ਅਪਣਾਏ ਜਾਂਦੇ ਨੇ। ਤੋ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਸ਼ਾਇਦ ਬਾਈ ਬਰਥ ਹੀ ਇੱਦਾਂ ਦੇ ਹੁੰਦੇ ਨੇ ਕਿ ਇਹਨਾਂ ਨੂੰ ਸੁਧਾਰ ਸਕਣਾ ਬਹੁਤ ਮੁਸ਼ਕਲ ਹੁੰਦਾ ਹੈ। ਸੋ ਇਹ ਜਿਹੜੀ ਖਬਰ ਹੈ ਗੈਂਗਸਟਰ ਦੇ ਐਨਕਾਊਂਟਰ ਵਾਲੀ ਖਬਰ ਵਾਂਗੂ ਆਪਾਂ ਲੈ ਰਹੇ ਹਾਂ, ਔਰ ਇਹ ਖਬਰ ਕਲਕੱਤੇ ਤੋਂ ਆ ਰਹੀ ਹੈ ਕਿ ਉੱਥੇ ਐਨਕਾਊਂਟਰ ਹੋਇਆ, ਤੇ ਪੰਜਾਬ ਦੇ DGP ਜਿਹੜੇ ਦਿਨਕਰ ਗੁਪਤਾ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜੀ। ਜੈਪਾਲ ਭੁੱਲਰ ਤੇ ਇੱਕ ਹੋਰ ਜਿਹੜਾ ਉਹਦੇ ਨਾਲ ਸਾਥੀ ਸੀ, ਉਹਨਾਂ ਦਾ ਜਸਪ੍ਰੀਤ ਮੁਕਾਬਲਾ ਜੱਸੀ ਉਹਨਾਂ ਦਾ ਨਾਂ ਸੀਗਾ, ਜਸਪ੍ਰੀਤ ਜੱਸੀ। ਹਾਂਜੀ ਹਾਂਜੀ। ਤੇ ਉਹ ਕਿਹਾ ਗਿਆ ਕਿ ਉੱਥੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਨੇ। ਉਹਦੀ ਰਿਐਲਿਟੀ ਕੀ ਆ, ਸੱਚ ਕਿੰਨਾ ਕਿਆ, ਕੀ ਉਹ ਸੱਚਮੁੱਚ ਪੁਲਿਸ ਮੁਕਾਬਲਾ ਹੋਇਆ ਜਾਂ ਉੱਥੇ ਉਹੀ ਜਿੱਦਾਂ ਸਾਡੇ ਮੁਕਾਬਲੇ ਲਫ਼ਜ਼ ਜਿਹੜਾ ਆ ਸਾਡੇ ਪੰਜਾਬ 'ਚ ਬੜਾ ਬਦਨਾਮ ਹੋ ਚੁੱਕਾ ਪੁਲਿਸ ਮੁਕਾਬਲਾ। ਜਿਹੜਾ ਉਹ ਦੌਰ ਅਸੀਂ ਦੇਖਿਆ ਉਹਦੇ 'ਚ ਬਹੁਤ ਸਾਰੇ ਮੁਕਾਬਲੇ ਜਾਂ ਪੁਲਿਸ ਮੁਕਾਬਲੇ ਦੇ ਨਾਂ ਦੇ ਨੌਜਵਾਨ ਆ ਉਹ ਮਾਰਿਆ ਗਿਆ, ਆਪਾਂ ਨੂੰ ਪਤਾ ਹੈ। ਤੇ ਇਹ ਹੁਣ ਉਹਦੀ ਸੱਚਾਈ ਤਾਂ ਬਾਅਦ 'ਚ ਪਤਾ ਲੱਗੇਗੀ, ਪਰ ਇਹ ਜਿਹੜਾ ਜੈਪਾਲ ਭੁੱਲਰ ਹੈ ਜਿਹੜਾ ਹੁਣ ਮਾਰਿਆ ਗਿਆ, ਇਹ ਕਾਫੀ ਲੰਮੇ ਸਮੇਂ ਤੋਂ 2004 2005 ਤੋਂ ਇਦਾਂ ਦੀ ਐਕਟੀਵਿਟੀ ਸੀ। ਵੈਸੇ ਉਹ ਸਪੋਰਟਸਮੈਨ ਰਿਹਾ ਤੇ ਖਿਡਾਰੀ ਰਿਹਾ, ਚੰਗਾ ਖਿਡਾਰੀ ਰਿਹਾ, ਪਰ ਕੁਝ ਜਿਹੜੀ ਬੁਰੀ ਸੰਗਤ ਨੇ ਉਹਨੂੰ ਇਸ ਪਾਸੇ ਵੱਲ ਤੋੜ ਦਿੱਤਾ ਸੀ। ਉਹਦੇ ਪਿਤਾ ਇੰਸਪੈਕਟਰ ਪੰਜਾਬ ਪੁਲਿਸ ਦੇ ਰਿਟਾਇਰ ਹੋਏ ਨੇ। ਕਾਫੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਬਚਾਉਣ ਦੀ, ਬਾਰ-ਬਾਰ ਕੁਝ ਡਰੱਗ 'ਚ ਵੀ ਪੈ ਗਿਆ ਸੀ, ਤੇ ਫਿਰ ਨਾਲ ਦੀ ਨਾਲ ਜਿਹੜੇ ਇੱਦਾਂ ਦੇ ਲੋਕਾਂ ਨਾਲ ਉਹਦਾ ਸੰਬੰਧ ਪੈਦਾ ਹੁੰਦਾ ਚਲਾ ਗਿਆ। ਸਪੈਸ਼ਲੀ ਇੱਕ ਜਿਹੜਾ ਬੜਾ ਨਾਂ ਜਿਹੜਾ ਬਹੁਤ ਮਸ਼ਹੂਰ ਰਿਹਾ ਗੈਂਗਸਟਰ ਦੀ ਦੁਨੀਆ ਦੇ ਵਿੱਚ, ਸੁੱਖਾ ਕਾਹਲਵਾਂ ਜੀ। ਜਦੋਂ ਉਹਨੂੰ ਇੱਥੇ ਫਗਵਾੜੇ ਤੋਂ ਫਲੌਰ ਦੇ ਰਸਤੇ 'ਚ ਮਾਰਿਆ ਗਿਆ ਸੀ, ਤੇ ਇਹ ਨਾਲ ਸੀ ਵਿੱਕੀ ਗੌਂਡਰ ਦੇ। ਵਿੱਕੀ ਗੌਂਡਰ ਜਿਹੜਾ ਮੁਕਾਬਲੇ ਦਾ ਇੱਕ ਗੈਂਗਸਟਰ ਰਿਹਾ, ਜਿਹੜਾ ਬਾਅਦ 'ਚ ਉਹ ਵੀ ਮਾਰਿਆ ਗਿਆ ਸੀ, ਉਹਦੇ ਗੈਂਗ ਦਾ ਸੀ ਇਹ ਜੈਪਾਲ ਭੁੱਲਰ। ਤੇ ਜਦੋਂ ਵਿੱਕੀ ਗੌਂਡਰ ਵੀ ਮਾਰਿਆ ਗਿਆ ਤਾਂ ਫਿਰ ਇਹਨੇ ਇਸ ਗੈਂਗ ਦੀ ਕਮਾਨ ਸਾਂਭੀ ਸੀ। ਸੋ ਕਾਫੀ ਲੰਮੇ ਸਮੇਂ ਤੋਂ ਹੁਣ ਘਰ ਵੀ ਨਹੀਂ ਸੀ। 1-2 ਵਾਰ ਇਹਦੇ ਪਿਤਾ ਲੈ ਵੀ ਆਏ ਇਹਨੂੰ ਘਰ, ਸੁਧਾਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਗੱਲ ਬਣੀ ਨਹੀਂ। ਤੇ ਇਹਦੇ ਪਿਤਾ ਨੇ ਆਪਣੇ ਇਹਦੇ ਛੋਟੇ ਭਰਾ ਨੂੰ ਡਰਦਿਆਂ ਬਾਹਰ ਭੇਜ ਦਿੱਤਾ ਵੀ ਇੱਥੇ ਸਕੋਰ ਸੀ, ਪੁਲਿਸ ਬਹੁਤ ਤੰਗ ਕਰਦੀ ਇਹਨਾਂ ਦੇ ਪਰਿਵਾਰ ਨੂੰ। ਤੇ ਹੁਣ ਇਹਦੇ ਪਿਤਾ ਵੀ ਪਿਛਲੇ 1 ਮਹੀਨੇ ਤੋਂ ਗਾਇਬ ਹੈ। ਸੋ ਬੜੀ ਦੁਖਾਂਤਕ ਜਿਹੀ ਤਸਵੀਰ ਬਣਦੀ ਹੈ ਵੀ ਇੱਕ ਬੱਚਾ ਜਿਹੜਾ ਆ ਇੱਕ ਚੰਗਾ ਸਪੋਰਟਸਮੈਨ ਜਿਹੜਾ ਬਣਦਾ ਗੈਂਗਸਟਰ ਬਣ ਜਾਂਦਾ ਹੈ। ਉਹ ਹਾਲਾਤ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਠੀਕ ਹੈ, ਅਸੀਂ ਹਾਲਾਤ ਕਹਿ ਦਿੰਦੇ ਹਾਂ, ਹੈ ਵੀ ਇਹ ਗੱਲ ਵੀ ਠੀਕ ਹੈ ਕਿ ਹਾਲਾਤ ਕੋਈ ਇਸ ਕਿਸਮ ਦੇ ਬਣਾ ਦਿੱਤੇ ਜਾਂਦੇ ਆ ਕਿ ਕਈ ਲੋਕ ਇੱਧਰ ਨੂੰ ਤੁਰ ਪੈਂਦੇ ਆ, ਪਰ ਹਾਲਾਤ ਤਾਂ ਸਾਰਿਆਂ ਲਈ ਉਹ ਨੇ। ਕੁਝ ਲੋਕ ਤੁਰ ਪੈਂਦੇ ਆ, ਬਾਕੀ ਲੋਕ ਜਿਹੜੇ ਆ ਜੇ ਨਹੀਂ ਤੁਰਦੇ ਤਾਂ ਇਹਦਾ ਮਤਲਬ ਹੈ ਕਿ ਜਿਹੜੀ ਸਾਂਭਣ ਦੀ ਜ਼ਰੂਰਤ ਸੀ ਉੱਥੇ ਕਿਤੇ ਨਾ ਕਿਤੇ ਕੋਤਾਹੀ ਸਾਡੇ ਤੋਂ ਹੋ ਜਾਂਦੀ ਹੈ। ਤੇ ਦੂਜਾ, ਸਾਰੇ ਦੇਸ਼ ਦੇ ਹਾਲਾਤ ਹੀ ਇਸ ਕਿਸਮ ਦੇ ਆ, ਤੇ ਪੰਜਾਬ ਦੇ ਵਿੱਚ ਵੀ ਬੇਰੁਜ਼ਗਾਰੀ ਜਿਹੜੀ ਆਪਣੇ ਆਪ ਦੇ ਵਿੱਚ ਇਹਦੇ ਇੱਕ ਬਹੁਤ ਵੱਡਾ ਕਾਰਨ ਬਣ ਜਾਂਦੀ ਹੈ। ਤੇ ਜਵਾਨੀ ਦੇ ਜੋਸ਼ ਨੂੰ ਚੈਨਲਾਈਜ਼ ਕਰਨ ਵਾਸਤੇ ਜਿਹੜੀ ਐਨਰਜੀ ਹੈ ਉਹਨੂੰ ਚੈਨਲਾਈਜ਼ ਕਰਨ ਵਾਸਤੇ ਸਾਡੇ ਕੋਲ ਵੱਖ-ਵੱਖ ਪਲੇਟਫਾਰਮ ਜਿਹੜੇ ਆ ਸ਼ਾਇਦ ਉਹ 'ਚ ਅਸੀਂ ਕਿਤੇ ਨਾ ਕਿਤੇ ਕੋਤਾਹੀ ਵਰਤ ਜਾਂਦੇ ਹਾਂ। ਸੋ ਇਹ ਜਿਹੜਾ ਨਵਾਂ ਰੋਗ ਲੱਗਾ ਪਿਛਲੇ 15 ਸਾਲ ਤੋਂ ਪੰਜਾਬ ਨੂੰ, ਇਹਦੇ ਤੋਂ ਮੁਕਤੀ ਜਿਹੜੀ ਆ ਉਹ ਸਿਆਸੀ ਜਿਹੜੀ ਪੋਲੀਟੀਕਲ ਕਰਪਸ਼ਨ ਜਿਹੜੀ ਆ ਉਹ ਖਤਮ ਹੋਏਗੀ ਤਾਂ ਹੀ ਇਹਦੇ ਤੋਂ ਮੁਕਤੀ ਮਿਲਣੀ ਹੈ। ਕਿਉਂਕਿ ਜਿਹੜੀ ਸ਼ੈਲਟਰ ਵੀ ਫਿਰ ਪੋਲੀਟੀਕਲੀ ਮਿਲਣ ਲੱਗ ਪੈਂਦੀ ਹੈ ਇੱਦਾਂ ਦੇ ਲੋਕਾਂ ਨੂੰ, ਕਿਉਂਕਿ ਪੋਲੀਟੀਕਲ ਜਿਹੜੇ ਕਰਪਟ ਲੋਕ ਨੇ ਉਹਨਾਂ ਨੂੰ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਨੂੰ ਇਹਨਾਂ ਦੀ ਜ਼ਰੂਰਤ ਹੁੰਦੀ ਹੈ। ਇੱਦਾਂ ਡੇਰਾਵਾਦ ਉੱਭਰਦਾ, ਇੱਦਾਂ ਬਾਕੀ ਜਿਹੜੇ ਨੈਕਸਸ ਬਣਦੇ ਆ, ਚਾਹੇ ਉਹ ਡਰੱਗ ਦਾ ਹੋਵੇ ਚਾਹੇ ਬਾਕੀ। ਜੀ ਬਿਲਕੁਲ। ਖਾਸ ਕਰਕੇ ਜਿਹੜਾ ਤੁਸੀਂ ਲਾਸਟ ਪੁਆਇੰਟ ਕੀਤਾ ਜੀ, ਇਹ ਜ਼ਿਆਦਾ ਮੈਨੂੰ ਲੱਗਦਾ ਸਭ ਤੋਂ ਵੈਲਿਡ ਆ ਕਿ ਸਿਆਸੀ ਲੋਕ ਇਹਨਾਂ ਨੂੰ
ਬਹੁਤ ਜ਼ਿਆਦਾ ਵਰਤਦੇ ਨੇ। ਆ ਲੱਖੇ ਸਿਧਾਣੇ ਦੀ ਗੱਲ ਵੇਖ ਲਈਏ ਤੇ ਉਹ ਸ਼ਰੇਆਮ ਹੁਣ ਦੱਸਦਾ ਹੈ ਕਿ ਕਿੱਦਾਂ ਪੋਲੀਟੀਕਲ ਲੋਕਾਂ ਨੇ ਉਹਨਾਂ ਨੂੰ ਵਰਤਿਆ ਸੀਗਾ। ਔਰ ਇਸੇ ਤਰ੍ਹਾਂ ਹੀ ਹੁਣ ਇੱਕ ਜੱਗੂ ਭਗਵਾਨਪੁਰੀਏ ਦਾ ਨਾਂ ਆਉਂਦਾ, ਇੱਦਾਂ ਦੇ ਹੋਰ ਵੀ ਬਹੁਤ ਸਾਰੇ ਗੈਂਗਸਟਰ ਹੋਣਗੇ ਜਿਨ੍ਹਾਂ ਨੂੰ ਇਹ ਪੋਲੀਟੀਕਲ ਲੋਕ ਆਪਣੇ ਮਫਾਦ ਲਈ ਪਹਿਲਾਂ ਵਰਤਦੇ ਨੇ ਤੇ ਮੁੜ ਕੇ ਉਹਨਾਂ ਨੂੰ ਛੱਡ ਦਿੰਦੇ ਨੇ ਕਿ ਉਹ ਪੁਲਿਸ ਦਾ ਐਨਕਾਊਂਟਰ ਬਣ ਜਾਣ ਜਦੋਂ ਉਹਨਾਂ ਨੂੰ ਉਹ ਖਤਰਾ ਦੱਸਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਹੀ ਡੇਰਾਵਾਦ ਦੀ ਤੁਸੀਂ ਗੱਲ ਕੀਤੀ ਆ, ਤੇ ਡੇਰਾ ਜਿਹੜਾ ਸੱਚਾ ਸੌਦਾ ਨਾਂ ਦਾ ਸਿਰਸੇ ਵਾਲਾ ਡੇਰਾ ਆ, ਉਹਦਾ ਜਿਹੜਾ ਮੁਖੀ ਬੰਦ ਪਿਆ ਜੇਲ੍ਹ 'ਚ, ਉਹਨੂੰ ਹਰਿਆਣੇ ਦੀ ਸਰਕਾਰ ਤਰ੍ਹਾਂ ਤਰ੍ਹਾਂ ਦੀਆਂ ਰਿਆਇਤਾਂ ਦੇ ਰਹੀ ਆ, ਆਨੇ ਬਹਾਨੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਆ। ਲੱਗਦਾ ਇੱਦਾਂ ਕਿ ਪੰਜਾਬ ਇਲੈਕਸ਼ਨ 'ਚ ਬੀਜੇਪੀ ਉਸ ਵਿਅਕਤੀ ਦੀਆਂ ਵੋਟਾਂ ਜਿਹੜੀਆਂ ਨੇ ਉਹ ਬੀਜੇਪੀ ਦੇ ਖਾਤੇ 'ਚ ਪਾਉਣ ਲਈ ਕੋਈ ਨਾ ਕੋਈ ਰਾਹ ਲੱਭ ਰਹੀ ਹੁੰਦੀ ਆ। ਤੇ ਅੱਜ ਉਹ ਛਤਰਪਤੀ ਹਰਾਂ ਦੇ ਬੇਟੇ ਨੇ ਹਾਈ ਕੋਰਟ ਨੂੰ ਇੱਕ ਲੈਟਰ ਲਿਖੀ ਸੀਗੀ ਕਿ ਜਿਹੜਾ ਇਹ ਤਰੀਕਾਕਾਰ ਆ, ਜਿਸ ਤਰੀਕੇ ਨਾਲ ਆਨੇ ਬਹਾਨੇ ਉਹਨੂੰ ਬਾਹਰ ਕੱਢਣ ਲਈ ਤਰਕੀਬਾਂ ਬਣ ਰਹੀਆਂ ਨੇ, ਇਹ ਗਲਤ ਨੇ। ਤੇ ਦੂਸਰਾ ਉਹਨਾਂ ਨੂੰ ਜਿਹੜੀ ਉਹ ਹਨੀਪ੍ਰੀਤ ਵਾਲਾ ਕਿੱਸਾ ਬਾਰ-ਬਾਰ ਸਾਹਮਣੇ ਆਉਂਦਾ, ਉਹਨਾਂ ਦੀ ਬੇਟੀ ਬਣੀ ਆ ਜਿਹੜੀ ਉਹਨਾਂ ਦੀ ਅਡਾਪਟ ਕੀਤੀ ਬੇਟੀ, ਉਹ ਕਹਿੰਦੇ ਆ ਉਹਨੂੰ ਉਹ ਮਿਲਣ ਦੀ ਬੜੀ ਜਿੱਦ ਕਰਦੇ ਨੇ ਤੇ ਉਹਦੇ ਲਈ ਉਹ ਕਾਰਡ ਵਗੈਰਾ ਵੀ ਬਣ ਗਏ, ਪਰ ਹੁਣ ਜਨਤਕ ਪ੍ਰੈਸ਼ਰ ਅੱਗੇ ਫਿਰ ਉਹ ਕਾਰਡ ਰੱਦ ਕਰ ਦਿੱਤੇ ਗਏ ਨੇ। ਸੋ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਡੇਰੇ ਦੀਆਂ ਜਿਹੜੀਆਂ ਕਾਫੀ ਪ੍ਰਭਾਵ ਹੈ, ਕਹਿੰਦੇ ਨੇ ਕਿ ਕੋਈ 52 ਹਲਕੇ ਆ ਜਿੱਥੇ ਕਾਫੀ ਜ਼ਿਆਦਾ ਉਹਨਾਂ ਦਾ ਪ੍ਰਭਾਵ ਹੈ ਮਾਲਵੇ ਦੇ ਬੈਲਟ ਦੇ ਵਿੱਚ, ਤੇ ਉਹਨੂੰ ਉਹ ਬੀਜੇਪੀ ਬਣਾਉਣਾ ਚਾਹੁੰਦੀ ਹੈ ਲੱਗਦਾ ਕਿਤੇ। ਦੇਖੋ ਇਹ ਤਾਂ ਬਿਲਕੁਲ ਹੀ ਸਪਸ਼ਟ ਹੋ ਗਿਆ ਜੀ ਵੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਟੁੱਟ ਚੁੱਕਾ ਹੈ। ਪ੍ਰੈਕਟਿਸ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋਨਾਂ ਨੇ ਵੱਖਰੇ ਵੱਖਰੇ ਹੋ ਕੇ ਲੜਨਾ ਹੈ ਤੇ ਲੜ ਰਹੇ ਨੇ ਉਹ। ਤੇ ਕਿਉਂਕਿ ਜਿਸ ਤਰ੍ਹਾਂ ਦੀ ਹੇਟ ਕ੍ਰੀਏਟ ਹੋਈ ਆ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਤੇ ਅਕਾਲੀ ਦਲ ਪ੍ਰਤੀ ਵੀ ਜਿਹੜੀ ਆ ਗੈਰ ਯਕੀਨੀ ਜੀ ਬਣੀ ਹੈ, ਉਹਨੇ ਇਹਨਾਂ ਦੋਵਾਂ ਨੂੰ ਵੱਖ ਹੋਣ ਲਈ ਮਜਬੂਰ ਕੀਤਾ। ਕਿਸਾਨ ਅੰਦੋਲਨ ਇਹਨਾਂ ਦੀ ਕਹਿ ਲਓ ਵੀ ਤੋੜ ਵਿਛੋੜੇ ਦੇ ਵਿੱਚ ਪ੍ਰਮੁੱਖ ਕਾਰਨ ਬਣਿਆ। ਤੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਸਾਥੀ ਚਾਹੀਦਾ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸਾਥੀ ਲੱਭ ਲਿਆ, ਇਹਦੀ ਤੇ ਆਪਾਂ ਕੱਲ੍ਹ ਡਿਟੇਲ 'ਚ ਗੱਲ ਕਰਾਂਗੇ, ਅੱਜ ਮੇਰੇ ਖਿਆਲ ਬਹੁਤਾ ਸਮਾਂ ਨਹੀਂ ਆਪਣੇ ਕੋਲ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਹੁਜਨ ਸਮਾਜ ਪਾਰਟੀ ਲੱਭ ਲਈ, ਉਹਨਾਂ ਦਾ ਲਗਭਗ ਸਮਝੌਤਾ ਹੋ ਗਿਆ। ਪਰ ਭਾਰਤੀ ਜਨਤਾ ਪਾਰਟੀ ਨੇ ਵੀ ਬੜੀ ਕੋਸ਼ਿਸ਼ ਕੀਤੀ ਬਹੁਜਨ ਸਮਾਜ ਪਾਰਟੀ ਤੇ ਡੋਰੇ ਪਾਉਣ ਦੀ। ਭਾਰਤੀ ਜਨਤਾ ਪਾਰਟੀ ਨੇ ਤਾਂ ਕੱਲ੍ਹ ਇਹ ਵੀ ਕਹਿ ਦਿੱਤਾ ਕਿ ਅਸੀਂ ਦਲਿਤ ਮੁੱਖ ਮੰਤਰੀ ਬਣਾਉਣ ਨੂੰ ਵੀ ਤਿਆਰ ਹੈ। ਸੋ ਭਾਵੇਂ ਐਲਾਨੀਆਂ ਹਾਲੇ ਰਸਮੀ ਤੌਰ ਤੇ ਅਕਾਲੀ ਦਲ ਤੇ ਬੀਐਸਪੀ ਨੇ ਨਹੀਂ ਕਿਹਾ ਵੀ ਇੰਨੀਆਂ ਸੀਟਾਂ ਤੇ ਸਾਡਾ ਸਮਝੌਤਾ ਹੋ ਗਿਆ, ਪਰ ਉਹਨਾਂ ਦੀ ਲੀਡਰਸ਼ਿਪ ਵੱਲੋਂ ਗੱਲਾਂ ਆ ਗਈਆਂ ਕਿ ਸਾਡਾ ਸਮਝੌਤਾ ਹੋ ਗਿਆ, ਸੀਟਾਂ ਸੂਟਾਂ ਦਾ ਕੰਮ ਰਹਿ ਗਿਆ। ਤੇ ਇਸ ਕਰਕੇ ਰਸਮੀ ਤੌਰ ਤੇ ਐਲਾਨ ਤੋਂ ਪਹਿਲਾਂ ਵੀ ਹਾਲੇ ਵੀ ਬੀਜੇਪੀ ਦੀ ਕੋਸ਼ਿਸ਼ ਹੈ ਵੀ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਬੀਐਸਪੀ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਨਾਲ ਸਾਡਾ ਜਿਹੜਾ ਆ ਗੱਲ ਬਣ ਜਾਵੇ। ਉਹ ਸੌਦੇਬਾਜ਼ੀ ਹੋ ਸਕਦਾ ਮਾਇਆਵਤੀ ਦੇ ਆਲੇ ਦੁਆਲੇ, ਜਦੋਂ ਇਹ ਗੱਲ ਲੀਕ ਹੋਈ ਆ ਮਾਇਆਵਤੀ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਘੇਰਾ ਜਿਹੜਾ ਸਖਤ ਹੋ ਗਿਆ ਹੋਵੇ ਬੀਜੇਪੀ ਦੀ ਕੁਝ ਜਿਹੜੇ ਲੈਣ ਦੇਣ ਕਰਵਾਉਣ 'ਚ ਜਿਹੜੇ ਮਾਹਰ ਲੋਕ ਆ ਉਹਨਾਂ ਦਾ। ਸੋ ਹਾਲੇ ਵੀ ਮੈਨੂੰ ਇਹ ਸ਼ੱਕ ਆ ਵੀ ਜਿਹੜੀ ਰਸਮੀ ਐਲਾਨ ਜਿਹੜਾ ਹੋਣਾ ਆ ਬੀਐਸਪੀ ਤੇ ਅਕਾਲੀ ਦਲ ਦੇ ਸਮਝੌਤੇ ਦਾ, ਉਹਦੇ 'ਚ ਡਿੱਕਾ ਪੈ ਸਕਦਾ। ਪਰ ਜੇ ਇੱਦਾਂ ਹੀ ਮੰਨ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਲੱਭ ਲਿਆ ਸਾਥੀ ਆਪਣਾ ਬੀਐਸਪੀ, ਤੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ, ਤੇ ਉਹਦੇ ਵਾਸਤੇ ਇੱਕ ਸ਼ਾਇਦ ਦਾ ਹੈ ਵੀ ਉਹ ਇਹ ਜਿਹੜਾ ਗੁਰਮੀਤ ਰਾਮ ਰਹੀਮ ਹੈ, ਜਿਹਨੂੰ ਝੂਠਾ ਸਾਧ ਕਹਿੰਦਾ ਮੈਂ, ਤੇ ਉਹਦੀ ਮਦਦ ਲੈ ਕੇ ਵੀ ਉਹ ਪੰਜਾਬ 'ਚ ਥੋੜ੍ਹਾ ਬਹੁਤ ਆਪਣਾ ਜਿਹੜੀ ਭੱਲ ਬਚਾ ਸਕਣ। ਪਰ ਉਹਦੀ ਸੰਭਾਵਨਾ ਵੀ ਮੈਨੂੰ ਘੱਟ ਲੱਗਦੀ ਹੈ, ਕੋਈ ਬਹੁਤਾ ਪੋਜ਼ੀਟਿਵ ਨਤੀਜਾ ਬੀਜੇਪੀ ਦੇ ਹੱਕ 'ਚ ਨਿਕਲਣਾ ਨਹੀਂ ਹੈ। ਪਰ ਬੀਜੇਪੀ ਇੱਦਾਂ ਸੋਚਦੀ ਹੈ, ਹਰਿਆਣੇ 'ਚ ਵੀ ਫਿਰ ਤੋਂ ਉਹਨੂੰ ਵਰਤਣਾ ਚਾਹੁੰਦੀ ਹੈ। ਉਹਨੂੰ ਵੀ ਲੋੜ ਹੈ ਇਸ ਵੇਲੇ ਵੀ ਹਾਂ ਮੈਂ ਇੰਨੇ ਚਿਰ ਤੋਂ ਜੇਲ੍ਹ 'ਚ ਕਿਸੇ ਤਰੀਕੇ ਨਾਲ ਮੇਰੇ ਦੁਆਲੇ ਜਿਹੜੇ ਘੇਰੇ ਬਣੇ ਹੋਏ ਆ ਇਹ ਹਟ ਜਾਣ ਸਿਆਸੀ ਤੌਰ ਦੇ ਉੱਤੇ। ਜੇ ਮੈਨੂੰ ਮਦਦ ਕਰਨੀ ਪੈਂਦੀ ਬੀਜੇਪੀ ਦੀ, ਮੈਂ ਮਦਦ ਕਰਾਂ, ਬੀਜੇਪੀ ਦੀ ਸਰਕਾਰ ਜਾਂ ਕੇਂਦਰ 'ਚ ਬੈਠੀ ਸਰਕਾਰ ਮੇਰੀ ਮਦਦ ਕਰੇ। ਸੋ ਦੋਨੋਂ ਇੱਕ ਦੂਜੇ ਦੀ ਮਦਦ ਕਰ ਰਹੇ ਨੇ, ਤੇ ਇਹ ਬੀਜੇਪੀ ਦੀ ਖੁੱਲੀ ਖੇਡ ਹੈ, ਹੁਣ ਕੋਈ ਲੁਕੀ ਨਹੀਂ ਰਹਿ ਗਈ। ਜਿਹੜਾ ਉਹ ਅਰਦਾਸ ਕਰਵਾਈ ਗਈ ਤੇ ਉਸ ਤੋਂ ਬਾਅਦ ਬੀਜੇਪੀ ਵੱਲੋਂ ਜਿਵੇਂ ਉਹਨੂੰ ਸਪੋਰਟ ਕੀਤਾ ਗਿਆ ਉਹ ਗ੍ਰੰਥੀ ਨੂੰ, ਤੇ ਨਾਲ ਦੀ ਨਾਲ ਜਿਵੇਂ ਆ ਜਿਹੜਾ ਜੋ ਕੁਝ ਹੁਣ ਉਹਨੂੰ ਖੁੱਲ੍ਹਾਂ ਦਿੱਤੀਆਂ ਗਈਆਂ, ਪੈਰੋਲ ਤੇ ਰਿਹਾ ਕਰੋ ਜੀ, ਤਾਂ ਜਾਂ ਬਿਮਾਰੀ ਦੇ ਬਹਾਨੇ ਨਾਲ VVIP ਟ੍ਰੀਟਮੈਂਟ, ਫਿਰ ਮੇਦਾਂਤਾ ਹਸਪੀਟਲ ਦੇ ਵਿੱਚ, ਫਿਰ ਹਨੀਪ੍ਰੀਤ ਨੂੰ ਅਟੈਂਡੈਂਟ ਬਣਾ ਦੇਣਾ। ਠੀਕ ਹੈ, ਇੱਕ ਪ੍ਰੈਸ਼ਰ ਦੇ ਨਾਲ ਉਹ ਜਿਹੜਾ ਅਟੈਂਡੈਂਟ ਦਾ ਕਾਰਡ ਉਹਦਾ ਰੱਦ ਹੋਇਆ। ਪਰ ਜਿਹੜੇ ਛਤਰਪਤੀ ਦੇ ਬੇਟੇ ਨੇ ਉਹਨਾਂ ਨੇ ਵਾਜਬ ਸਵਾਲ ਉਠਾਏ ਨੇ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਪਾਈ ਹੈ ਵੀ ਇਹ ਸਾਰਾ ਕੁਝ ਜੇ ਹੋ ਰਿਹਾ ਤੇ ਇਹਦੇ ਲਈ ਸਿੱਧੇ ਤੌਰ ਤੇ ਸਰਕਾਰ ਦੀ ਇਹ ਮਨਸ਼ਾ ਹੈ ਵੀ ਇਹਨੂੰ ਹੌਲੀ ਹੌਲੀ ਜਿਹੜਾ ਆ
ਖੁੱਲੀ ਕਿਸਮ ਦੀ ਰਿਹਾਈ ਦੇ ਦਿੱਤੀ ਜਾਏ ਤੇ ਇਹਦੇ ਤੇ ਰੋਕ ਲਾਉਣ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਸੋ ਦੇਖਦੇ ਹਾਂ ਕੋਰਟ ਕੀ ਕਰਦਾ, ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਨਸ਼ਾ ਆ ਜਾਂ ਜੋ ਉਹਦੀ ਸਮਝਦਾਰੀ ਹੈ ਉਹ ਸਾਫ਼ ਹੋ ਗਈ ਹੈ, ਤੇ ਉਹਦਾ ਨੁਕਸਾਨ ਪੰਜਾਬ 'ਚ ਬਹੁਤ ਹੋ ਸਕਦਾ ਹੈ। ਜਿਸ ਤਰ੍ਹਾਂ ਦੀਆਂ ਘਟਨਾਵਾਂ ਫੇਰ ਤੋਂ ਜਿਹੜੀਆਂ ਕੁਝ ਵਾਪਰਨ ਲੱਗ ਪਈਆਂ ਜਾਂ ਆਉਣ ਵਾਲੇ ਸਮੇਂ 'ਚ ਵਾਪਰ ਸਕਦੀਆਂ, ਇਹ ਖਤਰਾ ਜਿਹੜਾ ਬਰਕਰਾਰ ਹੋ ਗਿਆ ਵੀ ਆਉਣ ਵਾਲੇ ਸਮੇਂ 'ਚ ਫੇਰ ਤੋਂ ਟੈਨਸ਼ਨ ਕ੍ਰੀਏਟ ਕਰਕੇ ਇੱਕ ਕਤਾਰਬੰਦੀ ਜੀ ਕਰਕੇ ਉਹਦਾ ਆਪਣੀ ਵੋਟਾਂ ਦੀ ਫਸਲ ਦੀ ਵਾਢੀ ਕਰਨਗੇ, ਪਰ ਲੋਕ ਬਲਦੀ ਦੇ ਬੂਥੇ ਫੇਰ ਤੋਂ ਆ ਜਾਣਗੇ। ਬਿਲਕੁਲ ਦਸਾਂਝ ਸਾਹਿਬ, ਸਹੀ ਵਿਸ਼ਲੇਸ਼ਣ ਹੈ ਤੁਹਾਡਾ। ਪਰ ਦੂਜੇ ਪਾਸੇ ਆਪਾਂ ਜਦੋਂ ਗੱਲ ਕਰਦੇ ਹਾਂ ਅਲਟਰਨੇਟਿਵ ਪੋਲਿਟਿਕਸ ਦੀ, ਤੇ ਪੰਜਾਬ ਜਿਹੜਾ ਉਹਨੂੰ ਅਸੀਂ ਗਾੜਾ ਗਾਂਹ ਵਧੂ ਵੀ ਸੋਚਦੇ ਹਾਂ, ਤੇ ਕਿਸਾਨ ਮੋਰਚੇ 'ਚ ਬੜੇ ਵਧੀਆ ਅਚੀਵਮੈਂਟ ਵੀ ਗਿਣ ਰਹੇ ਹਾਂ। ਪਰ ਜਿਹੜੀ ਅੱਖ ਆ ਸਿਆਸੀ ਪਾਰਟੀਆਂ ਦੀ, ਰਵਾਇਤੀ ਪਾਰਟੀਆਂ ਦੀ, ਉਹ ਕਹਿੰਦੇ ਆ ਕਿ 22ਵੀਂ ਵੋਟ ਜਿਹੜੀ ਆ ਦਲਿਤ ਭਾਈਚਾਰੇ ਦੀ ਪੰਜਾਬ ਤੋਂ ਵੱਧ ਕਿਤੇ ਵੀ ਨਹੀਂ ਆ। 32 ਤੋਂ 34% ਵੋਟ ਗਿਣਦੇ ਨੇ ਉਹ। ਤੇ ਇਸ ਵੇਲੇ ਜਿਹੜੀ ਸਾਰੀਆਂ ਸਿਆਸੀ ਪਾਰਟੀਆਂ ਦੀ ਅੱਖ ਉਸ ਵੋਟ ਤੇ ਆ, ਦਲਿਤ ਵੋਟ ਤੇ ਆ। ਤੇ ਇਹ ਤਜਰਬੇ ਯੂਪੀ ਤੇ ਬਿਹਾਰ 'ਚ ਆਮ ਤੌਰ ਤੇ ਹੋ ਚੁੱਕੇ ਆ, ਜਾਤ ਪਾਤ ਵਾਲੇ ਆਧਾਰ ਤੇ ਵੰਡੀਆਂ ਪਾਉਣ ਵਾਲੇ। ਤੇ ਪੰਜਾਬ 'ਚ ਵਰਤਾਰਾ ਕਿਤੇ ਨਾ ਕਿਤੇ ਘੱਟ ਸੀਗਾ। ਜੇ ਇਸ ਤਰ੍ਹਾਂ ਦੀ ਪਹਿਲ ਕਦਮੀ ਇਹ ਸਾਰੀਆਂ ਪਾਰਟੀਆਂ ਕਰਦੀਆਂ ਨੇ, ਤੇ ਦਲਿਤ ਵਰਸਸ ਜਿਹੜੇ ਸਿੱਖ ਕਿਸਾਨ ਜਾਂ ਹਿੰਦੂ ਵਰਸਸ ਸਿੱਖ ਜਿਹੜੀ ਨਵੀਂ ਤਰ੍ਹਾਂ ਦੀ ਇਹ ਚੁਆਤੀ ਲਾ ਰਹੇ ਨੇ, ਇਹ ਬੜੀ ਖਤਰਨਾਕ ਦਿਸ਼ਾ ਵੱਲ ਵੱਧ ਰਹੇ ਨੇ ਮੈਨੂੰ ਲੱਗਦਾ, ਜੇ ਇਸ ਤਰ੍ਹਾਂ ਦੀ ਪੋਲਿਟਿਕਸ ਇੱਥੇ ਆਈ ਤਾਂ। ਦੇਖੋ ਇਹ ਠੀਕ ਆ, 32 ਤੋਂ 34% ਜਿਹੜੀ ਦਲਿਤ ਵੋਟ ਹੈ ਦੇਸ਼ 'ਚ ਸਭ ਤੋਂ ਵੱਧ ਜਿਹੜੀ ਰੇਸ਼ੋ ਦੇ ਹਿਸਾਬ ਦੇ ਨਾਲ ਦਲਿਤ ਵੋਟ ਹੈ ਪਾਪੂਲੇਸ਼ਨ ਪੰਜਾਬ ਦੀ ਜਿੰਨੀ ਉਹਦੇ ਮੁਤਾਬਕ। ਇਸੇ ਕਰਕੇ ਬੀਐਸਪੀ ਦਾ ਇੱਕ ਮਜ਼ਬੂਤ ਆਧਾਰ ਵੀ ਇੱਥੇ ਰਿਹਾ। ਇਹ ਸਾਰਾ ਬੀਐਸਪੀ ਦਾ ਜਿਹੜਾ ਬੇਸ ਹੈ ਇਹ ਸਾਰਾ ਕਾਂਗਰਸ ਦਾ ਹੀ ਹੁੰਦਾ ਸੀ ਪਹਿਲਾਂ। ਜਿਵੇਂ ਜਿਵੇਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਹੌਲੀ ਹੌਲੀ ਜਿਹੜੀ ਹੈ ਇਰਰੈਲੇਵੈਂਟ ਹੁੰਦੀ ਗਈ, ਜਾਂ ਆਪਣੀਆਂ ਨੀਤੀਆਂ ਕਰਕੇ ਜਾਂ ਨੀਅਤ ਕਰਕੇ, ਕਿਉਂਕਿ ਸੋਸ਼ਲ ਜਸਟਿਸ ਬੜਾ ਇੰਪੋਰਟੈਂਟ ਇਸ਼ੂ ਹੈ। ਈਵਨ ਮੈਂ ਤਾਂ ਹੈਰਾਨ ਹੁੰਦਾ ਵੀ ਸਾਡੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਰਹੀਆਂ ਉਹਨਾਂ ਨੂੰ ਵੀ ਕਾਂਸ਼ੀ ਰਾਮ ਦੇ ਉਹਦੇ ਤੋਂ ਬਾਅਦ ਪਤਾ ਲੱਗਾ ਵੀ ਸਮਾਜਿਕ ਨਿਆਂ ਵੀ ਕੋਈ ਚੀਜ਼ ਹੁੰਦੀ ਹੈ। ਕੇਵਲ ਜਿਹੜੀ ਇਕਾਨਮੀ ਦਾ ਜਿਹੜਾ ਮਾਡਲ ਉੱਤੇ ਲੈ ਕੇ ਪੋਲਿਟਿਕਸ ਕੀਤੀ ਜਾਂਦੀ ਰਹੀ ਕਮਿਊਨਿਸਟ ਧਿਰਾਂ ਵੱਲੋਂ, ਤੇ ਸੋਸ਼ਲ ਜਸਟਿਸ ਜਿਹੜਾ ਆ ਉਹਨੂੰ ਲਫ਼ਜ਼ ਹੀ ਨਹੀਂ ਸੀ ਸਾਡੇ ਕੋਲ। ਕਮਿਊਨਿਸਟ ਪਾਰਟੀਆਂ ਕੋਲ ਸੋਸ਼ਲ ਜਸਟਿਸ ਲਫ਼ਜ਼ ਹੀ ਨਹੀਂ ਸੀ। ਤੇ ਇੱਥੇ ਕਾਂਗਰਸ ਨੇ ਵੀ ਸਮਾਜਿਕ ਨਿਆਂ ਲਈ ਕੁਝ ਨਹੀਂ ਕੀਤਾ। ਰਿਜ਼ਰਵੇਸ਼ਨ ਨੂੰ ਇੱਕ ਟੂਲ ਦੇ ਤੌਰ ਤੇ ਯੂਜ਼ ਕੀਤਾ ਗਿਆ। 10 ਸਾਲ ਦੀ ਰਿਜ਼ਰਵੇਸ਼ਨ ਲਿਆਂਦੀ ਗਈ ਸੀ, ਫਿਰ ਉਹਨੂੰ ਲੱਗਾ ਵੀ ਇਹ ਤਾਂ ਬੜਾ ਵਧੀਆ ਟੂਲ ਹੈ, ਇਲੈਕਸ਼ਨ ਟੂਲ ਹੈ। ਉਹ ਐਕਸਟੈਂਸ਼ਨ ਇੱਦਾਂ ਹੁੰਦੀ ਰਹੀ, 10-10 ਸਾਲ ਅੱਗੇ ਵੱਧਦੀ ਗਈ। ਤੇ ਅੱਜ ਰਿਜ਼ਰਵੇਸ਼ਨ ਦੇ ਮਾਮਲੇ 'ਚ ਕਿਸ ਤਰ੍ਹਾਂ ਦੀ ਹਾਲਤ ਹੈ, 50% ਤੋਂ ਜ਼ਿਆਦਾ ਜਿਹੜੀ ਹੈ ਈਵਨ ਜਨਰਲ ਜਿਹੜੀ ਕੈਟਾਗਰੀ ਉਹਦੇ ਵਾਸਤੇ ਵੀ ਰਿਜ਼ਰਵੇਸ਼ਨ ਦਾ ਪ੍ਰਬੰਧ ਕਰ ਦਿੱਤਾ ਗਿਆ ਬਹੁਤ ਸਾਰੀਆਂ ਥਾਵਾਂ ਤੇ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਇਹ 34% ਜਿਹੜਾ ਤੁਸੀਂ ਏਰੀਆ ਗਿਣ ਰਹੇ ਹੋ ਜਿਹੜਾ ਦਲਿਤ ਵੋਟ ਹੈ, ਪਹਿਲੀ ਗੱਲ ਤਾਂ ਉਹ ਇਕਜੁੱਟ ਨਹੀਂ ਹੈ। ਉਹਦੇ 'ਚ ਹਾਲੇ ਵੀ ਕਾਂਗਰਸ ਪਾਰਟੀ ਦਾ ਇੱਕ ਵੱਡਾ ਹਿੱਸਾ ਹੈ। ਬਹੁਜਨ ਸਮਾਜ ਪਾਰਟੀ ਨੇ ਵੱਡਾ ਹਿੱਸਾ ਜਿਹੜਾ ਉਹਦੇ 'ਚ ਖੋਹ ਲਿਆ ਸੀ, ਪਰ ਉਹਦੇ 'ਚ ਕੁਝ ਹਿੱਸਾ ਵਾਪਸ ਵੀ ਆਇਆ। ਤੇ ਉਹ ਇੱਕ ਪੀਕ ਸੀ ਜਦੋਂ 9 MLA ਜਿਹੜੇ ਬਹੁਜਨ ਸਮਾਜ ਪਾਰਟੀ ਦੇ ਜਿੱਤੇ ਸੀ, ਤੇ ਉਦੋਂ ਲੱਗਦਾ ਸੀ ਵੀ ਸ਼ਾਇਦ ਬੀਐਸਪੀ ਜਿਹੜੀ ਇੱਕ ਨਵੀਂ ਕ੍ਰਾਂਤੀ ਦੀ ਵਾਹਕ ਜਿਹੜੀ ਹੈ ਪੰਜਾਬ 'ਚ ਬਣ ਸਕਦੀ ਹੈ, ਪਰ ਨਹੀਂ, ਉਹ ਸਾਰੀਆਂ ਚੀਜ਼ਾਂ ਰਿਵਰਸ ਵੀ ਹੋਈਆਂ। ਤੇ ਇਕਜੁੱਟ ਵੋਟ ਨਾ ਹੋਣ ਕਰਕੇ ਜਿਹੜੀ ਫਲੋਟਿੰਗ ਵੋਟ ਹੈ ਇਸ ਕੈਟਾਗਰੀ ਦੀ ਜਿਹੜੀ 32 ਤੋਂ 34% ਕਾਫੀ ਜ਼ਿਆਦਾ ਵੋਟ 'ਚ ਫਲੋਟਿੰਗ ਹੈ। ਤੇ ਉਹ ਜਿਹੜੀ ਫਲੋਟਿੰਗ ਵੋਟ ਹੈ ਉੱਤੇ ਸਾਰਿਆਂ ਦੀ ਅੱਖ ਹੈ। ਜਿਹੜੀ ਕਮਿਟਡ ਵੋਟ ਹੈ ਬੀਐਸਪੀ ਨੂੰ ਜਿਹੜੀ ਪੈਣੀ ਹੈ, ਬੀਐਸਪੀ ਦੀ ਵੋਟ ਹੁਣ ਬਹੁਤੀ ਰਹੀ ਨਹੀਂ ਹੈਗੀ, 3 ਤੋਂ 4% ਵੋਟ ਰਹਿ ਗਈ ਹੈ, ਕਿਸੇ ਵੇਲੇ 8, 9, 10% ਤੱਕ ਵੀ ਸੀ। ਸੋ ਜਿਹੜੀ ਬਾਕੀ ਜਿਹੜੀ ਫਲੋਟਿੰਗ ਵੋਟ ਹੈ ਜਾਂ ਕਾਂਗਰਸ ਦੀ ਜਿਹੜੀ ਪੱਕੀ ਠੱਕੀ ਵੋਟ ਹੈ ਤਾਂ ਕਾਂਗਰਸ ਨੂੰ ਪਏਗੀ, ਬੀਐਸਪੀ ਨੂੰ ਪਏਗੀ। ਜਿਹੜੀ ਪੱਕੀ ਠੱਕੀ ਵੋਟ ਹੈ ਮੈਨੂੰ ਲੱਗਦਾ 15% ਜਿਹੜੀ ਆ ਫਲੋਟਿੰਗ ਵੋਟ ਹੈ ਇਸ ਕੈਟਾਗਰੀ ਦੇ ਵਿੱਚ, ਉਸ ਵੋਟ ਤੇ ਸਾਰਿਆਂ ਦੀ ਨਜ਼ਰ ਹੈ। ਤੇ ਉਹਦੇ 'ਚ ਅਕਾਲੀ ਦਲ ਉਹਦੇ 'ਚ ਥੋੜ੍ਹੀ ਬਹੁਤ ਕਹਿ ਲਓ ਵੀ ਬੀਐਸਪੀ ਦੇ ਨਾਲ ਸਾਂਝ ਭਿਆਲੀ ਪਾ ਕੇ ਸੀਟਾਂ ਸੂਟਾਂ ਦਾ ਹਾਲੇ ਉਹਨਾਂ ਦਾ ਲੈਣ ਦੇਣ ਹੋਣਾ ਆ। ਤੇ ਉਹ ਸੋਚਦਾ ਅਕਾਲੀ ਦਲ ਵੀ ਸ਼ਾਇਦ ਅਸੀਂ ਭਾਰਤੀ ਜਨਤਾ ਪਾਰਟੀ ਨਹੀਂ ਤੇ ਇਹਦੇ ਨਾਲ ਰਿਵਾਈਵ ਕਰ ਜਾਵਾਂਗੇ। ਇਹਦੇ ਤੇ ਫਿਰ ਆਉਂਦੇ ਦਿਨਾਂ 'ਚ ਵੀ ਆਪਾਂ ਗੱਲਾਂ ਕਰਾਂਗੇ ਵੀ ਕਿੰਨੀਆਂ ਸੰਭਾਵਨਾਵਾਂ ਹੈ ਵੋਟ ਟਰਾਂਸਫਰ ਹੋਣ ਦੀਆਂ। ਅਕਾਲੀ ਵੋਟ ਬੀਐਸਪੀ ਨੂੰ ਟਰਾਂਸਫਰ ਕਿੰਨੀ ਹੁੰਦੀ ਹੈ, ਜਾਂ ਬੀਐਸਪੀ ਦੀ ਵੋਟ ਕਿੰਨੀ ਅਕਾਲੀ ਦਲ ਨੂੰ ਟਰਾਂਸਫਰ ਹੁੰਦੀ ਹੈ। ਬਾਕੀ ਜਿਹੜੀ ਵੋਟ ਹੈ ਉਹਦੇ ਤੇ ਅੱਖ ਹੈ। ਤੇ ਭਾਰਤੀ ਜਨਤਾ ਪਾਰਟੀ ਨੇ ਵੱਡਾ ਦਾ ਖੇਡਿਆ ਕਹਿ ਕੇ ਅਸੀਂ ਤਾਂ, ਇਹਨਾਂ ਨੇ ਕਿਹਾ ਸੀ ਅਕਾਲੀਆਂ ਨੇ ਵੀ ਅਸੀਂ ਡਿਪਟੀ ਸੀਐਮ ਬਣਾਉਣ ਨੂੰ ਤਿਆਰ ਹਾਂ ਦਲਿਤ, ਤੇ ਪੰਜਾਬ 'ਚ ਕਾਂਗਰਸ ਵੀ ਮੰਗ ਉੱਠੀ ਤੇ ਪਰਸੋਂ ਫਿਰ ਤੋਂ ਕਹਿ ਦਿੱਤਾ ਬੀਜੇਪੀ ਨੇ ਵੀ ਅਸੀਂ ਤਾਂ ਮੁੱਖ ਮੰਤਰੀ ਵੀ ਜਿਹੜਾ ਆ ਉਹ ਦਲਿਤ ਬਣਾਉਣ ਨੂੰ ਤਿਆਰ ਹੈ। ਸੋ ਇਹ ਜਿਹੜੀ ਇੱਕ ਵੋਟ ਹੈ ਫਲੋਟਿੰਗ ਕਿਸਮ ਦੀ, ਉੱਤੇ ਸਾਰਿਆਂ ਦੀ ਨਜ਼ਰ ਹੈ ਤੇ ਉਹਦੇ ਹਿਸਾਬ ਨਾਲ ਰਾਜਨੀਤੀ ਜਿਹੜੀ ਹੈ ਡਿਜ਼ਾਈਨ ਕੀਤੀ ਜਾ ਰਹੀ ਹੈ।
ਜੀ ਆਪਣੇ ਕਿਸਾਨ ਸਾਹਿਬ ਇੱਕ ਲਾਸਟ ਖਬਰ ਬਰੀਫ ਚ ਕਰ ਰਹੇ ਹੋ, ਲੰਬੀ ਨਹੀਂ ਕਰਨਾ ਚਾਹੁੰਦਾ ਮੈਂ, ਸਮਾਂ ਕਾਫੀ ਹੋ ਗਿਆ, ਕਿ ਇੱਕ ਪੁਲਿਸ ਅਫਸਰ ਲੁਧਿਆਣੇ ਤੋਂ ਹਰਜਿੰਦਰ ਸਿੰਘ ਡੀਐਸਪੀ ਜਿਹੜਾ ਆ ਉਹਦੀ ਡੈਥ ਹੋਈ ਆ, ਕਰੋਨਾ ਦੇ ਬਿਮਾਰੀ ਤੋਂ ਪੀੜਤ ਸੀ, ਉਹਨਾਂ ਦੇ ਫੇਫੜੇ ਖਰਾਬ ਹੋ ਗਏ ਔਰ ਉਹ ਬਹੁਤ ਮਹਿੰਗਾ ਇਲਾਜ ਸੀਗਾ ਤੇ ਉਹ ਆਪਣੇ ਖਿੱਤੇ 'ਚ ਹੈ ਵੀ ਨਹੀਂ ਸੀ। ਕਿਹਾ ਜਾਂਦਾ ਕਿ ਹੈਦਰਾਬਾਦ ਸ਼ਾਇਦ ਉਹ ਪੂਰੇ ਦੇ ਪੂਰੇ ਉਹਦੇ ਫੇਫੜੇ ਚੇਂਜ ਹੋਣੇ ਸੀਗੇ ਤੇ ਉਹਨੇ ਬੜੀ ਗੁਹਾਰ ਲਾਈ, ਖੁਦ ਨੇ ਵੀ, ਉਹਦੀ ਮਦਰ ਵੀ ਸੀਐਮ ਨੂੰ ਮਿਲਣ ਗਏ ਤੇ ਕਿਹਾ ਕਿ ਬਾਅਦ ਵਿੱਚ ਤੁਸੀਂ ਰਾਇਤਾਂ ਦਿਓਗੇ ਪਰਿਵਾਰ ਨੂੰ, ਉਹਦੇ ਨਾਲੋਂ ਚੰਗਾ ਸਾਡਾ ਘਰ ਦਾ ਮੈਂਬਰ ਬਚਾ ਲਓ, ਆਪਣੇ ਪਰਿਵਾਰ ਨੂੰ ਆਪ ਸੰਭਾਲ ਲਊਗਾ। ਉਹਦੀ ਕੋਈ ਸੁਣਵਾਈ ਨਹੀਂ ਹੋਈ ਤੇ ਉਹ ਭਾਵੇਂ ਟਵੀਟ ਵਗੈਰਾ ਅੱਜ ਕੱਲ੍ਹ ਕਰਨ ਦਾ ਰਿਵਾਜ ਹੈ, ਡੀਜੀਪੀ ਨੇ ਵੀ ਕਰਤਾ ਸੀਗਾ ਤੇ ਸੀਐਮ ਨੇ ਵੀ ਕਰਤਾ ਸੀਗਾ, ਪਰ ਉਹਨੂੰ ਫੌਰੀ ਤੌਰ ਤੇ ਬਚਾਇਆ ਨਹੀਂ ਜਾ ਸਕਿਆ, 에ਅਰਲਿਫਟ ਕਰਕੇ ਕਿਤੇ ਲਿਜਾਇਆ ਨਹੀਂ ਗਿਆ, ਕਾਗਜ਼ਾਂ 'ਚ ਹੀ ਉਹ ਗੱਲ ਰਹਿ ਗਈ। ਤੇ ਦੂਜੇ ਪਾਸੇ ਖਾੜਾ ਬਣਿਆ ਹੋਇਆ ਪਟਿਆਲਾ ਅੱਜ ਕੱਲ੍ਹ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦਾ, ਕਿਸਾਨਾਂ ਦਾ, ਤੇ ਇਹੀ ਪੁਲਿਸ ਅਫਸਰ ਜਿੱਦਾਂ ਹੁਣ ਵੇਖਿਆ ਜਾਵੇ ਤੇ ਵਰਦੀ ਪਾ ਕੇ ਭਾਵੇਂ ਸਿਪਾਹੀ ਦੀ ਪੋਜੀਸ਼ਨ 'ਚ ਹੀ ਹੋਵੇ ਤੇ ਉਹ ਜਿਹੜੇ ਪੜ੍ਹੇ ਲਿਖੇ ਐਮਫਿਲ ਪੀਐਚਡੀ ਕੀਤੀ ਨੌਜਵਾਨ ਨੇ ਉਹਨਾਂ ਤੇ ਇੱਦਾਂ ਡਾਂਗਾ ਭਰਾਉਂਦੇ ਨੇ ਕਿ ਜਿਵੇਂ ਉਹ ਆਪਣੇ ਦੇਸ਼ ਤੇ ਕੁਝ ਹੋਣ ਹੀ ਨਾ, ਤੇ ਜਿਹੜਿਆਂ ਨੂੰ ਮਾੜੀ ਮੋਟੀ ਜੌਬ ਮਿਲ ਗਈ ਆ, ਵਰਦੀ ਪਾਈ ਆ, ਉਹਨਾਂ ਨੂੰ ਸਿਆਸੀ ਲੋਕ, ਜਿਵੇਂ ਆਪਾਂ ਗੈਂਗਸਟਰ ਦੀ ਗੱਲ ਕੀਤੀ, ਉਸ ਤਰ੍ਹਾਂ ਹੀ ਯੂਜ਼ ਕਰ ਰਹੇ ਨੇ। ਪਰ ਨਾਲ ਦੀ ਨਾਲ ਜਦੋਂ ਇਦਾਂ ਦੇ ਵਰਤਾਰੇ ਹੁੰਦੇ ਆ ਕਿ ਇੱਕ ਡਿਪਟੀ ਵਰਗੇ ਬੰਦੇ ਨੂੰ, ਜਿਹੜਾ ਥੋੜਾ ਮਾੜਾ ਮੋਟਾ ਅਫਸਰ ਵੀ ਸੀਗਾ, ਉਹਨੂੰ ਬਚਾ ਨਹੀਂ ਸਕੀ ਸਰਕਾਰ, ਤੇ ਹਸੀਅਤ ਜਿਹੜੀ ਆ ਪੁਲਿਸ ਵਾਲਿਆਂ ਨੂੰ ਵੀ ਆਪਣੀ ਦੇ ਉੱਤੇ ਧਿਆਨ ਮਾਰਨਾ ਚਾਹੀਦਾ ਹੈ ਕਿ ਪੋਲੀਟੀਕਲ ਲੋਕ ਸਾਨੂੰ ਕਿੱਦਾਂ ਵਰਤਦੇ ਨੇ ਤੇ ਆਪਣੇ ਹੀ ਲੋਕਾਂ ਦੇ ਵਿਰੁੱਧ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ। ਇਹਦੇ ਤੇ ਕੋਈ ਕਮੈਂਟ ਕਰ ਸਕੋ ਤਾਂ ਠੀਕ ਹੈ, ਨਹੀਂ ਤੇ ਫਿਰ ਕੱਲ ਆਪਾਂ ਡਿਟੇਲ 'ਚ ਗੱਲ ਕਰ ਲਾਂਗੇ। ਨਾ ਸਿੰਪਲ ਜਿਹੀ ਗੱਲ ਹੈ। ਪਹਿਲੀ ਗੱਲ ਤਾਂ ਬੜਾ ਦੁੱਖ ਹੈ ਸਾਨੂੰ ਇਸ ਗੱਲ ਦਾ ਵੀ ਡੀਐਸਪੀ ਰੈਂਕ ਦਾ ਇੱਕ ਇਸ ਤਰ੍ਹਾਂ ਦਾ ਬੰਦਾ ਜਿਹਨੇ ਆਖਰੀ ਸਮੇਂ ਤੱਕ ਤਰਲਾ ਵੀ ਮਾਰਿਆ ਕਿ ਮੈਨੂੰ ਬਚਾ ਲਓ, ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ। ਠੀਕ ਹੈ, ਟਵੀਟ ਕੀਤਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਕਹਿਤਾ ਸੀ ਵੀ ਠੀਕ ਹੈ ਅਸੀਂ ਇਹਦਾ ਇਲਾਜ ਕਰਾਵਾਂਗੇ, ਇੱਕ ਕਮੇਟੀ ਵੀ ਬਣਾ ਦਿੱਤੀ ਗਈ ਸੀ, ਪਰ ਉਹ ਜਿਹੜਾ ਸਮੇਂ ਸਿਰ ਜੋ ਕੁਝ ਹੋਣਾ ਚਾਹੀਦਾ ਸੀ ਉਹਦਾ ਖਰਚਾ ਬੜਾ ਜ਼ਿਆਦਾ ਦੱਸਿਆ ਜਾ ਰਿਹਾ ਸੀ। ਫੇਫੜੇ ਬਿਲਕੁਲ ਉਹਦੇ ਖਤਮ ਹੋ ਗਏ ਸੀ, 80 ਲੱਖ ਦੇ ਨੇੜੇ ਜਿਹੜੇ ਖਰਚਾ ਦੱਸਿਆ ਜਾ ਰਿਹਾ ਸੀ। ਤੇ ਪਰ ਮੈਂ ਇਹਦੇ 'ਚ ਦੋ ਗੱਲਾਂ, ਸਿਰਫ ਇੱਕ ਤਾਂ ਇਹ ਵੀ ਸਰਕਾਰ ਨੇ ਜੇ ਸੱਚਮੁੱਚ ਹੀ ਕੋਈ ਹੈਲਪ ਕਰਨੀ ਸੀ ਤਾਂ ਇਮੀਡੀਏਟ ਕਿਉਂ ਨਹੀਂ ਕੀਤੀ ਗਈ। ਦੂਜਾ, ਪੁਲਿਸ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਮਤਲਬ ਉਹਦੇ ਕੋਲ ਆਪਣੇ ਮਹਿਕਮੇ ਦੇ ਕਿਸੇ ਬੰਦੇ ਵਾਸਤੇ ਕੀ ਕੋਈ ਉਹਨਾਂ ਦਾ ਕੋਈ, ਮੈਨੂੰ ਪਤਾ ਨਹੀਂ ਇਹਦਾ ਵੀ ਉਹਨਾਂ ਕੋਲ ਕੋਈ ਫੰਡ ਨਹੀਂ ਹੁੰਦਾ। ਪੁਲਿਸ ਐਡਮਿਨਿਸਟ੍ਰੇਸ਼ਨ ਦੇ ਕੋਲ ਆਪਣਾ ਵੀ ਤਾਂ ਇੱਦਾਂ ਦੇ ਮਾਮਲਿਆਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਫੰਡ ਹੋਊਗਾ ਜਿਹੜਾ ਫੌਰੀ ਤੌਰ ਦੇ ਉੱਤੇ ਕਿਸੇ ਦੀ ਲੋੜ ਹੈ ਪੂਰੀ ਕਰ ਸਕਦਾ ਹੋਵੇ। ਤੇ ਇਹ ਤਾਂ ਡਿਟੇਲ 'ਚ ਪਤਾ ਕਰਾਂਗੇ ਵੀ ਹਾਂ ਵੀ ਪੁਲਿਸ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕਿਉਂ ਨਹੀਂ ਆਪਣੇ ਹੀ ਮਹਿਕਮੇ ਦੇ ਇੱਕ ਅਫਸਰ ਨੂੰ ਬਚਾਉਣ ਦੇ ਵਿੱਚ ਐਕਟਿਵ ਨਜ਼ਰ ਆਈ। ਬਾਕੀ ਸਰਕਾਰ ਦੀ ਨਲਾਇਕੀ ਤਾਂ ਹੈ। ਦੂਜਾ ਜਿਹੜਾ ਕਰੈਕਟਰ ਦਾ ਮਾਮਲਾ ਹੈ, ਪੁਲਿਸ ਦੇ ਕਰੈਕਟਰ ਦਾ, ਤੁਸੀਂ ਪਟਿਆਲੇ ਦਾ ਜ਼ਿਕਰ ਕੀਤਾ, ਜਿਵੇਂ ਲਾਠੀ ਚਾਰਜ ਹੁੰਦਾ ਹੈ ਜਾਂ ਕਿਤੇ ਵੀ ਹੋਵੇ, ਕੋਈ ਵੀ ਜਿਹੜਾ ਜਨ ਅੰਦੋਲਨ ਉਹਦੇ ਖਿਲਾਫ ਜਿਹੜਾ ਪੁਲਿਸ ਦਾ ਰਵੱਈਆ ਰਹਿੰਦਾ ਹੈ, ਤੇ ਉਹਦੇ 'ਚ ਜਿਹੜਾ ਕਾਮਨ ਪੁਲਿਸਮੈਨ ਹੈ ਉਹਦੇ ਵਿਚਾਰੇ ਦਾ ਕੀ ਕਸੂਰ ਹੈ? ਜਿਹੜਾ ਲਾਠੀ ਬਣਾਉਂਦਾ ਨਾ ਜੀ, ਉਹ ਕੋਈ ਦਿਲੋਂ ਨਹੀਂ ਬਣਾਉਂਦਾ, ਮਨੋਂ ਨਹੀਂ ਬਣਾਉਂਦਾ। ਕੁਝ ਹੋ ਸਕਦੇ ਆ ਜਿਨ੍ਹਾਂ ਦੇ, ਪਰ ਉਹ ਵੀਡੀਓ ਵੇਖਿਓ ਤੁਸੀਂ ਕਿਸਾਨ ਸਾਹਿਬ, ਉਹ ਵੀਡੀਓ ਵੇਖਿਓ ਪੁਲਿਸ ਦੇ ਜਿਹੜੇ ਮੁੰਡੇ ਨੇ ਉਹ ਕਿਸ ਤਰ੍ਹਾਂ ਘੇਰ ਕੇ ਉਹਨਾਂ ਨੂੰ ਕੁੱਟ ਰਹੇ ਨੇ। ਲੱਗਦਾ ਨਹੀਂਗਾ ਕਿ ਜਿੱਦਾਂ ਉਹਨਾਂ ਨੂੰ ਜਨੂਨ ਹੁੰਦਾ ਕੋਈ ਕਿ ਸਾਡੇ ਕੋਲ ਪਾਵਰ ਹੈ ਵਰਦੀ ਦੀ ਤੇ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕਰ ਸਕਦੇ, ਇਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਅਖਤਿਆਰ ਕਰ ਸਕਦੇ ਹਾਂ। ਉਹ ਬੜਾ ਸ਼ਰਮਨਾਕ ਕਿਤੇ ਨਾ ਕਿਤੇ ਵਿਹਾਰ ਨਜ਼ਰ ਆਉਂਦਾ ਹੈ ਵੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੇਰੀ ਗੱਲ ਤੁਸੀਂ ਪੂਰੀ ਨਹੀਂ ਸੀ ਹੋਣ ਦਿੱਤੀ। ਮੈਂ ਇਹੀ ਕਹਿ ਰਿਹਾ ਸੀ ਵੀ ਹੋ ਸਕਦਾ ਕੁਝ ਲੋਕ ਜਿਹੜੇ ਉਹਨਾਂ ਦੀ ਮਾਨਸਿਕਤਾ ਇਦਾਂ ਦੀ ਡਿਵੈਲਪ ਹੋਈ ਹੋਵੇ। ਪਰ ਜਦੋਂ ਕਿਸਾਨ ਅੰਦੋਲਨ 'ਚ ਅਸੀਂ ਦੇਖਿਆ, ਮੈਂ ਰਾਜਸਥਾਨ ਬਾਰਡਰ 'ਤੇ ਵੀ ਗਿਆ ਸੀ, ਉੱਥੇ ਮਤਲਬ ਮੈਂ ਦੇਖਿਆ ਇੱਕ ਕਿਸਾਨ ਬਜ਼ੁਰਗ ਤੇ ਇੱਕ ਵਰਦੀਧਾਰੀ ਸਿਪਾਹੀ ਜਿਹੜਾ ਆ, ਉੱਥੇ ਦੋਨੋਂ ਬੈਠੇ ਰਾਤ ਨੂੰ ਖਾਣਾ ਖਾ ਰਹੇ ਸੀ। ਮੈਂ ਉਹਨਾਂ ਦੇ ਕੋਲ ਚਲਾ ਗਿਆ, ਮੈਂ ਉਹਨਾਂ ਨੂੰ ਪੁੱਛਿਆ ਵੀ ਇੱਧਰ ਕਿਸਾਨ ਬੈਠਾ, ਇੱਧਰ ਤੁਸੀਂ ਬੈਰੀਕੇਡ ਲਾ ਕੇ ਬੈਠੇ ਆ, ਜੇ ਡਾਂਗ ਬਣਾਉਣੀ ਪਈ ਤਾਂ ਤੁਸੀਂ ਇਸੇ ਬਜ਼ੁਰਗ ਤੇ ਡਾਂਗ ਬਣਾਉਣੀ ਹੈ, ਹੁਣ ਤੁਸੀਂ ਇਕੱਠੇ ਰੋਟੀ ਖਾਂਦੇ ਆ। ਤਾਂ ਉਹਨੇ ਦੱਸਿਆ ਵੀ ਅਸੀਂ ਪਿਓ ਪੁੱਤ ਹੈ, ਪਿਓ ਪੁੱਤ ਹੈ। ਫਿਰ ਮੈਂ ਉਹਨੂੰ ਪੁੱਛਿਆ ਵੀ ਜੇ ਕੋਈ ਏਦਾਂ ਦੀ ਗੱਲ ਹੋਵੇ, ਕਹਿੰਦਾ ਵੀ ਦੇਖੋ ਵੀ ਐ ਤਾਂ ਹੈ ਨਹੀਂ ਕਿ ਵੀ ਅਸੀਂ ਵੀ ਮਨੁੱਖ ਹੈ, ਵੀ ਜੀ ਤਾਂ ਨਹੀਂ ਕਰੂਗਾ ਕਿ ਡਾਂਗ ਭਰਾਈਏ, ਪਰ ਜੇ ਪਿੱਛੋਂ ਹੁਕਮ ਹੋਇਆ ਫਿਰ ਹੁਕਮ ਤਾਂ ਵਜਾਉਣਾ ਹੀ ਪੈਣਾ, ਨਹੀਂ ਤਾਂ ਫਿਰ ਨੌਕਰੀ ਤੋਂ ਜਾਵਾਂਗੇ। ਇਸੇ ਕਰਕੇ ਜਿਹੜਾ ਗੈਬਰ ਕਲਾਕਾਂਡ ਆ, ਜਿਹੜੇ ਦੋ ਨੌਜਵਾਨ ਜਿਹੜੇ ਮਾਰੇ ਗਏ, ਉਹਦੇ ਲਈ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਘੱਟ ਕਸੂਰਵਾਰ ਹੈ। ਫਾਇਰਿੰਗ ਵਾਸਤੇ ਕੀ ਡੀਜੀਪੀ ਨੇ ਹੁਕਮ ਦਿੱਤੇ, ਜਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਾਦਲ ਨੇ ਹੁਕਮ ਦਿੱਤੇ, ਜਾਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਹੁਕਮ ਦਿੱਤੇ, ਉਦੋਂ ਉਹ ਜ਼ਿਆਦਾ ਜ਼ਿੰਮੇਵਾਰ ਹੈ। ਸੋ ਇੱਕ ਕਰੈਕਟਰ ਬਣ ਜਾਂਦਾ ਹੈ ਪੁਲਿਸ ਦਾ। ਪੁਲਿਸ ਨੂੰ ਜਿੰਨੀ ਦੇਰ ਤੱਕ ਸਟੇਟ ਦਾ ਕੁੰਡਾ ਰਹੇਗਾ ਪੁਲਿਸ ਤੇ ਇਹੀ ਹਾਲ ਰਹੇਗਾ। ਉਹਦੇ 'ਚ ਇੱਦਾਂ ਦੇ ਕੁਝ ਨੌਜਵਾਨ ਵੀ ਹੋਣਗੇ ਜਿਹੜੇ ਮਾਨਸਿਕ ਤੌਰ ਦੇ ਉੱਤੇ ਹੀ
ਇਸ ਕਿਸਮ ਦੇ ਉਹਨਾਂ ਦੀ ਕਹਿ ਲਓ ਵੀ ਉਹਨਾਂ ਦਾ ਪੂਰੇ ਦਾ ਪੂਰਾ ਜਿਹੜੀ ਸ਼ਖਸੀਅਤ ਏਦਾਂ ਉੱਭਰੀ ਹੁੰਦੀ ਹੈ ਕਿ ਉਹਨਾਂ ਦੇ ਵਿਚਾਰ ਪ੍ਰਕਿਰਿਆ ਦੇ ਵਿੱਚ ਵਾਇਲੈਂਸ ਸ਼ਾਮਲ ਹੋ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਹਾਕਮ ਵੀ ਸਮਝਣ ਲੱਗ ਪੈਂਦੇ ਆ, ਛੋਟੀ ਜੀ ਇੱਕ ਖਾਕੀ ਵਰਦੀ ਪਾ ਕੇ। ਸੋ ਇਹ ਬਹੁਤ ਗੰਭੀਰ ਕਿਸਮ ਦੇ ਸਵਾਲ ਨੇ। ਉਹਦੀ ਜੜ ਦੇ ਵਿੱਚ ਫਿਰ ਉਹੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਵੀ ਜਿੰਨੀ ਦੇਰ ਤੱਕ ਪੋਲਿਟਿਕਸ ਜਿਹੜੀ ਹੈ ਇੱਕ ਟੂਲ ਦੇ ਤੌਰ ਤੇ ਪੁਲਿਸ ਨੂੰ ਯੂਜ਼ ਕਰੇਗੀ ਤਾਂ ਫਿਰ ਇਹੀ ਕੁਝ ਹੋਏਗਾ। ਦਸਾਂਝ ਸਾਹਿਬ, ਕਾਫੀ ਸਮਾਂ ਹੋ ਗਿਆ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਆਪਣੇ ਦਰਸ਼ਕਾਂ ਦਾ ਵੀ ਕਰੀਏ ਧੰਨਵਾਦ, ਤੇ ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ ਜੀ, ਤੇ ਨਵੇਂ ਵਿਸ਼ੇ ਲੈ ਕੇ ਨਵੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਔਰ ਖਬਰਾਂ ਦੇ ਉੱਤੇ ਜਿਹੜੀ ਜਾਣਕਾਰੀ ਤੁਸੀਂ ਦਿੱਤੀ, ਬਹੁਤ ਤੁਹਾਡਾ ਧੰਨਵਾਦ ਜੀ, ਮਿਹਰਬਾਨੀ। ਸ਼ੁਕਰੀਆ ਜੀ, ਮਿਹਰਬਾਨੀ।